ਬੇਸ਼ਰਮੀ ਤੇ ਬੇਹਯਾਈ ਨਾਲ ਹਿੰਦੁਸਤਾਨ ਦਾ ਚੀਫ ਜਸਟਿਸ ਆਪਣੇ ਖਿਲਾਫ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਦੇ ਉੱਤੇ ਆਪ ਜਜਮੈਂਟ ਵਿੱਚ ਬੈਠ ਜਾਂਦਾ ਤੇ ਆਪ ਉਹ 3 ਜੱਜਿਸ ਦੇ ਬੈਂਚ ਨਾਲ ਬੈਠਦਾ ਤੇ ਫਿਰ ਜਜਮੈਂਟ ਨੂੰ ਆਪ ਸਾਈਨ ਨਹੀਂ ਕਰਦਾ ਤੇ ਬਾਕੀ ਦੇ 2 ਜੱਜਿਸ ਸਾਈਨ ਕਰਦੇ ਨੇ। ਇਹ ਹਿੰਦੁਸਤਾਨ ਦੇ ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ ਇੱਕ ਕਲੰਕਿਤ ਹਿੱਸਾ ਰਹੇਗਾ। एक पासे वो कंटेस्टेशन, एक पासे वो टकराव भी दिस रहा है, एक पासे टकराव दिस रहा है, दूजे पासे सरकार दे फैसलिਆਂ ਤੇ ਮੋਹਰ ਵੀ ਦਿਸਦੀ ਹੈ। ਵੀ ਲੋਕਾਂ ਦੀ ਨਜ਼ਰ 'ਚ ਵੀ ਕਾਨੂੰਨ ਤਾਂ ਉਹੋ ਜਿਹਾ ਹੋਣਾ ਚਾਹੀਦਾ ਨਾ ਜਿੱਥੇ ਉਹਨਾਂ ਦੇ ਪੱਖ ਤੋਂ ਸੋਚਿਆ ਜਾਏਗਾ। ਇਹਦਾ ਮਤਲਬ ਹੈ 5 ਜੱਜਿਸ ਦਾ ਉਹ ਬੈਂਚ ਸੀ, ਉਹਦੇ ਚਾਰੇ ਦੇ ਚਾਰੇ ਜੱਜ ਚੀਫ ਜਸਟਿਸ ਆਫ ਇੰਡੀਆ ਰਿਟਾਇਰ ਹੋਏ। ਇੱਕ ਕੱਲਾ ਜਸਟਿਸ HR ਖੰਨਾ ਹੀ ਸੀ ਜਿਹਦੇ ਬੁੱਤ ਲੱਗਣੇ ਸੀ ਪਰ ਉਹਨੂੰ ਚੀਫ ਜਸਟਿਸ ਨਹੀਂ ਬਣਨ ਦਿੱਤਾ। ਉਸ ਤੋਂ ਅਗਲੀਆਂ ਸਰਕਾਰਾਂ ਨੇ ਕਿੰਨੇ ਹੀ ਕਾਨੂੰਨਾਂ ਨੂੰ ਲੋਕਾਂ ਨੇ ਚੈਲੰਜ ਕੀਤਾ। ਜਿਹੜੇ ਇਸ਼ੂਜ਼ ਫਰੇਮ ਕੀਤੇ ਉਹ ਸੁਪਰੀਮ ਕੋਰਟ ਨੇ ਫਰੇਮ ਕੀਤੇ ਕਿ ਇਹ 6 ਸਵਾਲ ਨੇ ਜਿਨ੍ਹਾਂ ਦੇ ਅਸੀਂ ਜਵਾਬ ਦੇਣੇ। ਤਾਂ ਸੁਪਰੀਮ ਕੋਰਟ ਨੂੰ 6 ਸਾਲ ਤੱਕ ਵਕਤ ਕਿਉਂ ਨਹੀਂ ਮਿਲਿਆ ਇਹਨਾਂ ਪਟੀਸ਼ਨਾਂ ਨੂੰ ਸੁਣਨ ਦਾ? ਜਿਹੜੇ ਕਹਿੰਦੇ ਕਿ ਸਾਨੂੰ ਕਮਿਟਡ ਜੁਡੀਸ਼ਰੀ ਚਾਹੀਦੀ ਹੈ, ਮੋਦੀ ਜੀ ਦੇਸ਼ ਦਾ ਜ਼ੋਰ ਸ਼ੋਰ ਨਾਲ ਭਲਾ ਕਰਨਾ ਚਾਹ ਰਹੇ ਨੇ, ਇਹ ਵਿਚਕਾਰ ਰੋੜੇ ਬਣ ਕੇ ਆ ਰਹੇ ਨੇ। ਇੱਕ ਮੋਟੀ ਜੀ ਗੱਲ ਸਾਨੂੰ ਸਾਰਿਆਂ ਨੂੰ ਸਮਝਾਈ ਜਾਂਦੀ ਹੈ ਕਿ ਦੇਸ਼ ਚੱਲਦਾ ਉਹ ਕਾਨੂੰਨ ਦੇ ਨਾਲ ਚੱਲਦਾ ਹੈ, ਇੱਕ ਸੰਵਿਧਾਨ ਦੇ ਮੁਤਾਬਕ ਚੱਲਦਾ। ਕਾਨੂੰਨ ਦੇ ਵਿੱਚ ਫਿਰ ਇਹ ਦੱਸਿਆ ਜਾਂਦਾ ਕਿ ਕਾਨੂੰਨ ਬਣਾਉਣ ਵਾਲੀ ਸੰਸਥਾ ਅਲੱਗ ਹੈ ਜਿਹਨੂੰ ਵਿਧਾਨ ਪਾਲਿਕਾ ਕਿਹਾ ਜਾਂਦਾ ਹੈ, ਪਾਰਲੀਮੈਂਟ ਹੈ, ਵਿਧਾਨ ਸਭਾਵਾਂ ਨੇ। ਤੇ ਜੇ ਕਿਤੇ ਕਿਸੇ ਨੂੰ ਦਿੱਕਤ ਆਉਂਦੀ ਹੈ ਉਹਨੂੰ ਲਾਗੂ ਕਰਨ ਦੇ ਵਿੱਚ ਜਾਂ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਲਾਸਟ ਦੇ ਵਿੱਚ ਕੋਰਟਾਂ ਕੋਲ ਜਾਂਦਾ। ਤਾਂ ਲੋਕਾਂ ਦੀ ਅੰਤਮ ਆਸਥਾ ਜਿਹੜੀ ਹੈ ਕਿ ਇਸ ਕਾਨੂੰਨ ਦੀ ਵਿਆਖਿਆ ਕਿਵੇਂ ਕੀਤੀ ਜਾਣੀ ਹੈ ਉਹ ਖਾਸ ਤੌਰ ਤੇ ਸਰਵਉੱਚ ਅਦਾਲਤ ਸੁਪਰੀਮ ਕੋਰਟ ਕੋਲ ਜਾਂਦਾ। ਅੱਜ ਕੱਲ੍ਹ ਵੀ ਜਿਹੜੀਆਂ ਕੁਝ ਮੁੱਦੇ ਇਹੋ ਜਿਹੇ ਆ ਰਹੇ ਨੇ ਜਿਹੜੇ ਬੁਨਿਆਦੀ ਮੁੱਦੇ ਨੇ ਜਿਨ੍ਹਾਂ ਤੇ ਕਿਹਾ ਜਾਂਦਾ ਕਿ ਸੰਵਿਧਾਨਕ ਬੈਂਚ ਬੈਠਾ ਹੈ, ਮਤਲਬ ਸੰਵਿਧਾਨ ਦੀ ਸਪਿਰਿਟ ਦੇ ਮੁਤਾਬਕ ਫੈਸਲੇ ਲੈਣ ਦਾ ਜਿਹੜਾ ਸਵਾਲ ਆਉਂਦਾ। ਆਪਾਂ ਉਸ ਸਾਰੇ ਮਾਮਲੇ ਦੇ ਵਿੱਚ ਅੱਜ ਮੋਟੇ ਤੌਰ ਤੇ ਸਮਝਣਾ ਗੱਲ ਕਰਨੀ ਹੈ। ਸਾਡੇ ਕੋਲ ਐਕਸਪਰਟ ਨੇ ਰਾਜੀਵ ਗੋਦਾਰਾ ਜੀ ਜਿਹੜੇ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਸੀਨੀਅਰ ਜਰਨਲਿਸਟ ਨੇ SP ਸਿੰਘ ਜੀ। SP ਸਿੰਘ ਜੀ, ਜਿਹੜਾ ਅੱਜ ਕੱਲ੍ਹ ਦੌਰ ਜਿਹੜਾ ਚੱਲ ਰਿਹਾ ਨਾਰਮਲੀ ਇਹ ਮੰਨਿਆ ਜਾਂਦਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਿ ਸਾਡੀਆਂ ਜਿਹੜੀਆਂ ਸੰਵਿਧਾਨਕ ਇੰਸਟੀਟਿਊਸ਼ਨਸ ਨੇ, ਸੰਸਥਾਵਾਂ ਨੇ, ਉਹ ਇੱਕ ਟਾਈਪ ਦੀਆਂ ਕਮਜ਼ੋਰ ਪੈਂਦੀਆਂ ਨਜ਼ਰ ਆ ਰਹੀਆਂ ਨੇ। ਜਿਵੇਂ ਵੈਸਟਰਨ ਡੈਮੋਕ੍ਰੇਸੀ ਦੀਆਂ ਸੰਸਥਾਵਾਂ ਨੇ ਡੈਮੋਕ੍ਰੇਸੀ ਦੀਆਂ, ਉਵੇਂ ਖੜੀਆਂ ਦਿਖਾਈ ਨਹੀਂ ਦਿੰਦੀਆਂ, ਚਾਹੇ ਉਹ ਇਲੈਕਸ਼ਨ ਕਮਿਸ਼ਨ ਤੇ ਲੱਗਦਾ ਹੈ, ਈਵਨ ਸੁਪਰੀਮ ਕੋਰਟ ਬਾਰੇ ਵੀ ਬੜੀ ਵਾਰ ਲੋਕ ਗੱਲ ਕਰਦੇ ਨੇ, ਹੋਰਾਂ ਸੰਸਥਾਵਾਂ ਬਾਰੇ। ਤਾਂ ਉਹਨੂੰ ਕਿਸ ਐਂਗਲ ਤੋਂ ਹੁਣ ਬਚਿਆ ਜਾਵੇ? ਜਿਸ ਵੇਲੇ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ ਤੇ ਹੈਪੀਅਸ ਕਾਰਪਸ ਪਟੀਸ਼ਨ ਆਈ ਸੀ ਕਿ ਜੇ ਕਿਸੇ ਨੂੰ ਸਰਕਾਰ ਚੁੱਕ ਲੈਂਦੀ ਹੈ ਜਾਇਜ਼ ਨਾਜਾਇਜ਼ ਤਰੀਕਿਆਂ ਨਾਲ, ਉਹਨੂੰ ਇਸ ਗਿਵਨ ਪੀਰੀਅਡ ਦੇ ਅੰਦਰ ਕਿਤੇ ਪੇਸ਼ ਕਰਨਾ ਪਏਗਾ। ਹੈਪੀਅਸ ਕਾਰਪਸ ਯਾਨੀ ਬੋਡੀ ਪ੍ਰੋਡਿਊਸ ਕਰੋ, ਸਰੀਰ ਕਿੱਥੇ ਹੈ ਜਿਹਨੂੰ ਤੁਸੀਂ ਚੁੱਕਿਆ। ਜਿਹੜੀ ਉਹ ਡਾਇਸੈਂਟਿੰਗ ਜਜਮੈਂਟ ਸੀ ਉਹਦੇ ਬਾਰੇ ਉਸ ਵੇਲੇ ਨਿਊਯਾਰਕ ਟਾਈਮਜ਼ ਐਡੀਟੋਰੀਅਲ ਲਿਖਦਾ ਹੈ ਕਿ ਵਕਤ ਆਏਗਾ, ਐਮਰਜੈਂਸੀ ਖਤਮ ਹੋਏਗੀ ਤੇ ਜਦੋਂ ਹਿੰਦੁਸਤਾਨ ਦੇ ਲੋਕਾਂ ਨੂੰ ਹੋਸ਼ ਆਏਗੀ ਤਾਂ ਦੇਸ਼ ਭਰ ਦੇ ਵਿੱਚ ਜਸਟਿਸ HR ਖੰਨਾ ਦੇ ਬੁੱਤ ਲੱਗਣਗੇ ਕਿ ਕੋਈ ਆਦਮੀ ਡੈਮੋਕ੍ਰੇਸੀ ਲਈ ਖੜਾ ਹੋਇਆ ਸੀ। ਬੁੱਤ ਤਾਂ ਮੈਨੂੰ ਨਹੀਂ ਕਿਤੇ ਦੱਸਿਆ ਦੇਸ਼ ਦੇ ਵਿੱਚ। ਇਹਦਾ ਮਤਲਬ ਹੈ 5 ਜੱਜਿਸ ਦਾ ਉਹ ਬੈਂਚ ਸੀ, ਉਹਦੇ ਚਾਰੇ ਦੇ ਚਾਰੇ ਜੱਜ ਚੀਫ ਜਸਟਿਸ ਆਫ ਇੰਡੀਆ ਰਿਟਾਇਰ ਹੋਏ। ਇੱਕ ਕੱਲਾ ਜਸਟਿਸ HR ਖੰਨਾ ਹੀ ਸੀ ਜਿਹਦੇ ਬੁੱਤ ਲੱਗਣੇ ਸੀ ਪਰ ਉਹਨੂੰ ਚੀਫ ਜਸਟਿਸ ਨਹੀਂ ਬਣਨ ਦਿੱਤਾ। ਉਸ ਤੋਂ ਅਗਲੀਆਂ ਸਰਕਾਰਾਂ ਨੇ ਇੰਕਲੂਡਿੰਗ ਮੁਰਾਰਜੀ ਦੇਸਾਈ ਗਵਰਨਮੈਂਟ, ਜਿਨ੍ਹਾਂ ਨੇ ਇੱਕ ਤੋਂ ਬਾਅਦ ਹੀ ਬਣ ਜਾਣਾ ਸੀ, ਜਿਨ੍ਹਾਂ ਨੇ ਇਮੀਡੀਏਟਲੀ ਬਣ ਜਾਣਾ ਸੀ, ਉਸ ਤੋਂ ਬਾਅਦ YV ਚੰਦਰਚੂੜ ਤੋਂ ਬਾਅਦ ਬਣ ਜਾਣਾ ਸੀ ਉਹਨਾਂ ਨੇ। ਜਿਹੜੀ ਇਹ ਇੱਕ ਨਾ ਅਜਬ ਗਜਬ ਸੁਪਨਾ ਹੋਏਗਾ ਜੇ ਅਸੀਂ ਇਹ ਸੋਚੀਏ ਕਿ ਸੁਪਰੀਮ ਕੋਰਟ ਦੇ ਸਾਹਮਣੇ ਕੇਵਲ ਤੇ ਕੇਵਲ ਸਵਾਲ ਕਾਨੂੰਨੀ ਹੁੰਦਾ। ਅਸੀਂ ਸਭ ਜਾਣਦੇ ਹਾਂ ਕਿ ਪੋਲੀਟੀਕਲ ਜਜਮੈਂਟ ਦਾ ਇੱਕ ਸਕੋਪ ਹਮੇਸ਼ਾ ਹੁੰਦਾ ਹੈ। ਫॉर एग्जांपल ਸੁਪਰੀਮ ਕੋਰਟ ਨੇ ਇੱਕ ਕਲਚ ਆਫ ਪਟੀਸ਼ਨ ਸੀਗੀਆਂ, ਕੋਈ ਇੱਕ ਸਿੰਗਲ ਪਟੀਸ਼ਨ ਤਾਂ ਨਹੀਂ ਸੀਗਾ, ਬਹੁਤ ਸਾਰੀਆਂ ਪਟੀਸ਼ਨ ਸੀ ਜਿਨ੍ਹਾਂ ਨੂੰ ਇਕੱਠਿਆਂ ਕਰਕੇ ਜਿਹੜੇ ਇਸ਼ੂਜ਼ ਫਰੇਮ ਕੀਤੇ ਉਹ ਸੁਪਰੀਮ ਕੋਰਟ ਨੇ ਫਰੇਮ ਕੀਤੇ ਕਿ ਇਹ 6 ਸਵਾਲ ਨੇ ਜਿਨ੍ਹਾਂ ਦੇ ਅਸੀਂ ਜਵਾਬ ਦੇਣੇ ਨੇ। 58 ਪਟੀਸ਼ਨਾਂ ਦੇ ਵਿੱਚੋਂ। ਸੋ ਉਹਨਾਂ ਦੇ ਵਿੱਚ ਇੱਕ ਸਵਾਲ ਇੱਕ ਸਾਦਾ ਜਿਹਾ ਸਵਾਲ ਲੋਕਾਂ ਦਾ ਇਹ ਹੈ ਕਿ 8 ਨਵੰਬਰ 2016 ਨੂੰ ਇਹ ਡੀਮੋਨੇਟਾਈਜੇਸ਼ਨ ਹੁੰਦੀ ਹੈ। ਜਦੋਂ ਲੋਕ ਇਨਕਲੂਡਿੰਗ ਤੇਜਸਵੀ ਪ੍ਰਧਾਨ ਮੰਤਰੀ ਦੇ ਸਵਰਗਵਾਸੀ ਮਾਤਾ ਜੀ ਵੀ ਉਸ ਵੇਲੇ ਲਾਈਨ ਦੇ ਵਿੱਚ ਖੜੇ ਸੀ ਤੇ ਪੂਰਾ ਦੇਸ਼ ਇਹੋ ਜੀ ਮੁਸ਼ਕਲ ਦੇ ਵਿੱਚੋਂ ਗੁਜ਼ਰਿਆ, ਤਾਂ ਸੁਪਰੀਮ ਕੋਰਟ ਨੂੰ 6 ਸਾਲ ਤੱਕ ਵਕਤ ਕਿਉਂ ਨਹੀਂ ਮਿਲਿਆ ਇਹਨਾਂ ਪਟੀਸ਼ਨਾਂ ਨੂੰ ਸੁਣਨ ਦਾ? ਇਹ ਸਵਾਲ ਇੱਕ ਪੋਲੀਟੀਕਲ ਸਵਾਲ ਹੈ, ਇਹ ਉਹਨਾਂ ਦਾ ਹਿੱਸਾ ਸੀ। ਤੁਸੀਂ ਗੱਲ ਕੀਤੀ ਹੈ ਕਿ ਇੰਸਟੀਟਿਊਸ਼ਨਸ ਤੇ ਨਿਗਾਰ ਦੀ, ਜਿਨ੍ਹਾਂ ਲੋਕਾਂ ਨੇ ਹਿੰਦੁਸਤਾਨ ਦੇ ਵਿੱਚ ਸੁਪਰੀਮ ਕੋਰਟ ਦੇ ਐਵੋਲੂਸ਼ਨ ਨੂੰ ਸਟੱਡੀ ਕੀਤਾ, ਉਹਨਾਂ ਦੀ ਇੱਕ ਯੂਨੈਨਿਮਸ ਜੀ ਰਾਏ ਹੁਣ ਬਣਦੀ ਨਜ਼ਰ ਆ ਰਹੀ ਹੈ ਪਿਛਲੇ 2 ਦਹਾਈਆਂ ਤੋਂ ਕਿ ਜਦੋਂ ਇਸ ਦੇਸ਼ ਦੇ ਵਿੱਚ ਐਗਜ਼ੈਕਟਿਵ ਬਹੁਤ ਸਟਰੋਂਗ ਹੋਈ ਹੈ ਉਦੋਂ ਹਾਇਰ ਜੁਡੀਸ਼ਰੀ ਵੀਕ ਹੋਈ ਹੈ। ਜਦੋਂ ਐਗਜ਼ੈਕਟਿਵ ਵੀਕ ਰਹੀ ਹੈ ਤਾਂ ਹਾਇਰ ਜੁਡੀਸ਼ਰੀ ਸਟਰੋਂਗ ਹੋਈ ਹੈ। ਜੇ ਤੁਸੀਂ
ਇਹ ਕੋਲੀਸ਼ਨ ਗਵਰਨਮੈਂਟਸ ਦਾ ਸਾਰਾ ਇਰਾ ਦੇਖੋ ਤਾਂ ਕੋਰਟਸ ਦਾ ਰੋਲ ਬਹੁਤ ਐਕਟਿਵ ਹੈ। ਤੇ ਜਦੋਂ ਤੁਸੀਂ ਮੋਦੀ ਸਰਕਾਰ ਦੇ ਵਕਤ ਦੇਖਦੇ ਹੋ, ਇੰਦਰਾ ਗਾਂਧੀ ਦਾ ਵੇਲਾ ਦੇਖਦੇ ਹੋ, ਤੁਹਾਨੂੰ ਯਾਦ ਹੈ ਉਸ ਵੇਲੇ ਇੰਦਰਾ ਗਾਂਧੀ ਨੇ ਇੱਕ ਬੜਾ ਸਟਰੋਂਗ ਮੂਵ ਚਲਾਈ ਸੀ ਔਰ ਇਹ ਕਹਿ ਹੀ ਦਿੱਤਾ ਸੀਗਾ ਕਿ ਕਮਿਟਡ ਜੁਡੀਸ਼ਰੀ ਹੋਣੀ ਚਾਹੀਦੀ ਹੈ। ਜੇ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਜੁਡੀਸ਼ਰੀ ਨੂੰ ਉਹਦਾ ਸਾਥ ਦੇਣਾ ਚਾਹੀਦਾ। ਹੁਣ ਦਰਅਸਲ ਉਹ ਹੁਣ ਹੋ ਰਿਹਾ ਹੈ, ਜੋ ਸਰਕਾਰ ਕਰਨਾ ਚਾਹੁੰਦੀ ਹੈ ਜੁਡੀਸ਼ਰੀ ਉਹਦਾ ਸਾਥ ਦਿੰਦੀ ਦਿਖਾਈ ਦਿੰਦੀ ਹੈ। ਅਸੀਂ ਦਰਅਸਲ ਹਕੀਕੀ ਤੌਰ ਤੇ ਜ਼ਮੀਨ ਉੱਤੇ ਕਮਿਟਡ ਜੁਡੀਸ਼ਰੀ ਨੂੰ ਉਤਰਦਿਆਂ ਹੁਣ ਦੇਖ ਰਹੇ ਹਾਂ। ਇਹ ਹੁਣ ਜਿਹੜੇ ਉਹਦੇ ਆਬਜੈਕਟਿਵ ਸੀਗੇ ਕਿ ਸਰਕਾਰ ਨੇ ਕੀ ਕਿਹਾ ਕਿ ਨੋਟਬੰਦੀ ਅਸੀਂ ਕਿਉਂ ਕੀਤੀ, ਸੁਪਰੀਮ ਕੋਰਟ ਨੇ ਇਹਦਾ ਜਵਾਬ ਦੇਣ ਤੋਂ ਪਾਲਾ ਵੱਟ ਲਿਆ, ਕਹਿ ਕੇ ਕਿ ਇਹ ਐਕਸਪਰਟਸ ਦਾ ਕੰਮ ਹੈ ਤੇ ਜੇ ਇਕਨੋਮਿਕ ਪਾਲਿਸੀਜ਼ ਦਾ ਉਸ ਤਰ੍ਹਾਂ ਦਾ ਅਸਰ ਨਹੀਂ ਹੋਇਆ ਤੇ ਇਹਦੇ ਤੇ ਅਸੀਂ ਬੈਠ ਕੇ ਜਜਮੈਂਟ ਨਹੀਂ ਦੇ ਸਕਦੇ। ਉਹਨਾਂ ਨੇ ਇਸ ਸਵਾਲ ਨੂੰ ਬਕਾਇਦਾ ਫਰੇਮਿੰਗ ਦੇ ਵਿੱਚ ਵੀ ਲਿਆ ਸੀਗਾ ਤੇ ਫਰੇਮਿੰਗ ਤੋਂ ਬਾਅਦ ਵੀ ਇਹਦਾ ਜਵਾਬ ਦੇਣ ਤੋਂ ਭੱਜੇ ਨੇ, ਬਲਕਿ ਇਹ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਆਰਬੀਆਈ ਦੇ ਮੋਢਿਆਂ ਤੇ ਪਾ ਦਿੱਤੀ ਕਿ ਇਹਦੇ ਐਕਸਪਰਟਸ ਕਿਉਂਕਿ ਆਰਬੀਆਈ ਹੈ ਤੇ ਸਰਕਾਰ ਨੇ ਆਰਬੀਆਈ ਦੇ ਨਾਲ ਇਨ ਟੈਂਡਮ ਇਹ ਫੈਸਲਾ ਲਿਆ, ਇਸ ਕਰਕੇ ਇਹਦਾ ਬੈਸਟ ਜੱਜ ਆਰਬੀਆਈ ਹੋਏਗਾ। ਜਿਹੜੇ ਡਿਸੈਂਟਿੰਗ ਨੋਟ ਹੈ ਜਿਨ੍ਹਾਂ ਜੱਜ ਸਾਹਿਬਾਨ ਦਾ, ਉਹਨਾਂ ਨੇ ਇਹਦੇ ਨਾਲ ਮੱਥਾਪੱਚੀ ਨਹੀਂ ਕੀਤੀ, ਇਸ ਸਵਾਲ ਦੇ ਨਾਲ ਵੀ ਕੁਝ ਹੋਰ ਦੇ ਨਾਲ ਵੀ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿਉਂਕਿ ਮੈਂ ਇਹ ਟੈਕਨੀਕਲ ਔਰ ਹਾਈਪਰ ਟੈਕਨੀਕਲ ਗਰਾਊਂਡਸ ਨੇ, ਬਿਲਕੁਲ ਠੀਕ ਸ਼ਬਦ ਯੂਜ਼ ਕੀਤਾ ਰਾਜੀਵ ਗੋਤਾਰਾ ਜੀ ਨੇ, ਜਿਨ੍ਹਾਂ ਦੇ ਉੱਤੇ ਉਹ ਡਿਸੈਂਟਿੰਗ ਨੋਟ ਹੈ। ਅਜਿਹਾ ਨਹੀਂ ਹੈ ਕਿ ਉਹ ਡੀਮੋਨੇਟਾਈਜੇਸ਼ਨ ਦੇ ਸਰਕਾਰ ਦੇ ਕਦਮ ਨੂੰ ਬਿਲਕੁਲ ਪਰਾਂ ਸੁੱਟ ਰਹੇ ਨੇ, ਈਵਨ ਡਿਸੈਂਟਿੰਗ ਨੋਟ ਦੇ ਵਿੱਚ ਵੀ। ਮੈਨੂੰ ਲੱਗਦਾ ਲਾਰਜਰ ਜਿਹੜੇ ਸਵਾਲ ਸੁਪਰੀਮ ਕੋਰਟ ਦੇ ਸਾਹਮਣੇ ਜਿਹੜੇ ਕੇਸਿਸ ਨੇ ਉਹਨਾਂ ਦੇ ਇੱਕ ਲੰਬਾ ਸਮਾਂ ਨਾ ਸੁਣੇ ਜਾਣ ਕਰਕੇ ਤੇ ਫਿਰ ਜਦੋਂ ਸੁਣੇ ਜਾਂਦੇ ਨੇ ਤਾਂ ਤਵੱਕੋਂ ਦੇ ਠੀਕ ਬਰਸ ਉਹਨਾਂ ਦੇ ਜਵਾਬ ਆਉਣ ਦੇ ਉੱਤੇ ਲੋਕਾਂ ਦਾ ਜਿਹੜਾ ਐਤਮਾਦ ਹੈ ਉਹਨੂੰ ਠੇਸ ਪਹੁੰਚਦੀ ਹੈ। ਤੁਸੀਂ ਇਹ ਦੇਖੋ, ਕੋਲੀਜੀਅਮ ਸਿਸਟਮ ਅਨੁਸਾਰ ਸੁਪਰੀਮ ਕੋਰਟ ਦੇ ਜੱਜ ਲੱਗਦੇ ਨੇ। ਕੀ ਲੋਕਾਂ ਨੂੰ ਕੋਲੀਜੀਅਮ ਸਿਸਟਮ ਤੇ ਇਸ ਕਰਕੇ ਜ਼ਿਆਦਾ ਵਿਸ਼ਵਾਸ ਹੈ ਕਿ ਕੋਲੀਜੀਅਮ ਉਹ ਲਾ ਦੀਆਂ ਇੰਨੀਆਂ ਪੇਚੀਦਗੀਆਂ ਨੂੰ ਸਮਝਦੇ ਨੇ ਕਿ ਇਹ ਬਿਹਤਰ ਸਿਸਟਮ ਹੈ ਕੋਲੀਜੀਅਮ ਵਾਲਾ, ਤੇ ਜਦੋਂ ਪੋਲੀਟੀਕਲ ਐਗਜ਼ੈਕਟਿਵ ਜੱਜਸ ਨੂੰ ਲਗਾਏਗੀ ਤੇ ਉਹ ਅੱਛੇ ਜੱਜ ਨਹੀਂ ਲਗਾਏਗੀ? ਨਹੀਂ, ਉਹ ਇਸ ਕਰਕੇ ਕਿਉਂਕਿ ਲੋਕ ਮਨ ਦੇ ਵਿੱਚ ਅਜੇ ਵੀ ਜੁਡੀਸ਼ਰੀ ਦਾ ਐਤਮਾਦ ਪੋਲੀਟੀਕਲ ਐਗਜ਼ੈਕਟਿਵ ਕਲਾਸ ਦੇ ਐਤਮਾਦ ਤੋਂ ਜ਼ਿਆਦਾ। ਹੁਣ ਟੈਕਨੀਕਲੀ ਹਾਈਪਰ ਟੈਕਨੀਕਲੀ ਕੋਲੀਜੀਅਮ ਵਰਸਸ ਐਨਜੀਏਸੀ ਜਿਹੜੀ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਬਣਾਉਣਾ ਸੀ ਅਸੀਂ ਅਪਾਇੰਟਮੈਂਟਸ ਲਈ, ਅਪਾਇੰਟਮੈਂਟਸ ਕਮਿਸ਼ਨ ਦਾ, ਉਹਨੂੰ ਬੈਠ ਕੇ ਲੋਕਾਂ ਨੇ ਉਹਦਾ ਲਾਅ ਨਹੀਂ ਸਟੱਡੀ ਕੀਤਾ ਹੁੰਦਾ। ਜੇ ਕੱਲ ਨੂੰ ਜੇ ਜੁਡੀਸ਼ਰੀ ਇਸੇ ਤਰੀਕੇ ਨਾਲ ਅੱਗੇ ਚੱਲਦੀ ਰਹੇਗੀ ਤਾਂ ਇਹ ਇਕੁਏਸ਼ਨ ਬਦਲ ਸਕਦੀ ਹੈ, ਕਿਉਂਕਿ ਪੋਪੂਲਿਸਟ ਬਹੁਤ ਮੈਜੋਰਿਟੀ ਵਾਲੀਆਂ ਗਵਰਨਮੈਂਟਸ ਫਿਰ ਨੈਰੇਟਿਵ ਇਸ ਤਰੀਕੇ ਨਾਲ ਬਣਾਉਣਗੀਆਂ ਕਿ ਤੁਸੀਂ ਸੜਕਾਂ ਦੇ ਉੱਤੇ ਉਹਨਾਂ ਭੀੜਾਂ ਨੂੰ ਨਿਕਲਦਿਆਂ ਵੀ ਦੇਖ ਸਕਦੇ ਹੋ ਜਿਹੜੇ ਕਹਿਣ ਕਿ ਸਾਨੂੰ ਕਮਿਟਡ ਜੁਡੀਸ਼ਰੀ ਚਾਹੀਦੀ ਹੈ, ਮੋਦੀ ਜੀ ਦੇਸ਼ ਦਾ ਜ਼ੋਰ ਸ਼ੋਰ ਨਾਲ ਭਲਾ ਕਰਨਾ ਚਾਹ ਰਹੇ ਨੇ, ਇਹ ਵਿਚਕਾਰ ਰੋੜੇ ਬਣ ਕੇ ਆ ਰਹੇ ਨੇ, ਹਟਾਓ। ਗੁਜ਼ਾਰਾ ਜੀ ਜਿਹੜੇ ਇਹ ਮਾਮਲੇ ਨੇ ਕਿੰਨੇ ਹੀ ਮਾਮਲੇ ਨੇ, ਆਪਣਾ ਕਾਨੂੰਨ ਤਾਂ ਪਾਰਲੀਮੈਂਟ ਸੰਵਿਧਾਨ ਦੇ ਮੁਤਾਬਕ ਹੀ ਬਣਾਉਂਦੀ ਹੈ, ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਉਹ ਨਾ ਹੋਵੇ ਕਿਉਂਕਿ ਰੱਦ ਹੋ ਜਾਏਗਾ ਨਹੀਂ ਤਾਂ, ਔਰ ਉਹਦੇ ਤੇ ਪਰ ਕਿੰਨੇ ਨੇ, ਜਿਵੇਂ JNK ਮਾਮਲੇ 'ਚ ਕਾਨੂੰਨ ਆ ਗਿਆ ਸੀਗਾ, ਜਿਵੇਂ UAPA ਦੇ ਮਾਮਲੇ 'ਚ ਆਪਣੇ ਆਪ ਉਸ ਲੈਵਲ ਦਾ, ਜਿਵੇਂ ਨਾਗਰਿਕ ਸੋਧ ਬਿੱਲ ਦਾ ਕਾਨੂੰਨ ਆ ਗਿਆ ਸੀਗਾ, ਕਿੰਨੇ ਹੀ ਕਾਨੂੰਨਾਂ ਨੂੰ ਲੋਕਾਂ ਨੇ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਕਿ ਸੰਵਿਧਾਨਕ ਬਣਦੇ ਨੇ। ਜਿਵੇਂ SP ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜੇ ਟੈਨਿਓਰ ਹੀ ਇੰਨਾ ਲੰਮਾ ਹੋ ਜਾਂਦਾ ਉੱਤੇ ਸੁਣਵਾਈ ਬਹੁਤ ਲੇਟ ਮਿਲਦੀ ਹੈ, ਜਿਵੇਂ ਕਹਿੰਦੇ ਨੇ ਜੇ ਜਿਹੜਾ ਨਿਆਂ ਦੇਰੀ ਨਾਲ ਮਿਲਦਾ ਤਾਂ ਉਹ ਨਿਆਂ ਉਸ ਲੈਵਲ ਦਾ ਨਹੀਂ ਹੁੰਦਾ। ਕੀ ਸਾਡੇ ਜੁਡੀਸ਼ੀਅਲ ਸੈਟਅਪ ਦੇ ਵਿੱਚ ਇਹ ਕਿੰਨੇ ਵਾਰ ਕਿ ਉਹਦਾ ਕੋਈ ਟਾਈਮ ਬਾਉਂਡ ਜਾਂ ਹੋਰ, ਜਾਂ ਜੁਡੀਸ਼ਰੀ ਆਪਣੇ ਵਿਵੇਕ ਨਾਲ ਹੀ ਸੋਚਦੀ ਹੈ, ਜਾਂ ਕੋਈ ਐਸ ਪੱਧਰ ਦਾ ਵੀ ਸਿਸਟਮ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕੋਈ ਟਾਈਮ ਬਾਉਂਡ ਸਿਸਟਮ ਵੀ ਬਣਨਾ ਚਾਹੀਦਾ? ਮੈਨੂੰ ਲੱਗਦਾ ਦੋ ਤਿੰਨ ਗੱਲਾਂ ਨੇ। ਇੱਕ ਤਾਂ ਜੁਡੀਸ਼ਰੀ ਦੇ ਵਿੱਚ ਜਿੰਨੇ ਕੇਸਿਸ ਪੈਂਡਿੰਸੀ ਹੈ, ਜਿੰਨੇ ਜੱਜ ਨੇ, ਜਿੰਨਾ ਕੰਮ ਹੈ, ਇੱਕ ਸਵਾਲ ਉਹ ਵੀ ਹੈ। ਦੂਜੇ ਪਾਸੇ ਜੁਡੀਸ਼ਰੀ ਦੀ ਪ੍ਰੈਫਰੈਂਸਿਸ ਤੇ ਪਾਰਟਿਕੂਲਰਲੀ ਚੀਫ ਜਸਟਿਸ ਜਿਹੜਾ ਬੈਠਾ ਹੋਏਗਾ ਰੋਸਟਰ ਬਣਾਏਗਾ, ਜਿਵੇਂ ਕਨਸਟੀਟਿਊਸ਼ਨਲ ਬੈਂਚਸ ਨੇ, ਤੇ ਕਨਸਟੀਟਿਊਸ਼ਨਲ ਬੈਂਚਸ ਕਦੋਂ ਬਣਦੇ ਨੇ, ਕਿਹਨਾਂ ਦਾ ਬਣਾਇਆ ਜਾਂਦਾ ਹੈ, ਕਿਹਨਾਂ ਦੇ ਸਾਹਮਣੇ ਕੌਣ ਚਾਹੁੰਦਾ ਹੈ ਕਿ ਇਹਨਾਂ ਦੇ ਸਾਹਮਣੇ ਸੁਣਵਾਈ ਨਾ ਹੋਵੇ, ਇਹ ਜੱਜ ਨਾ ਕਰਨ, ਤੇ ਉਹ ਜਿਹੜਾ ਉਹਦੇ ਵੀ ਬਹੁਤ ਸਾਰੇ ਸੰਕੇਤ, ਬਹੁਤ ਸਾਰੀ ਪਰਛਾਈ ਉਹਦੀ ਦਿਸਦੀ ਹੈ ਕਿ ਵੀ ਪਾਰਟਿਕੂਲਰ ਕੇਸਿਸ ਇਸ ਟਾਈਮ ਨਾ ਸੁਣੇ ਜਾਣ, ਜਾਂ ਬਹੁਤ ਸਾਰੇ ਕੇਸਿਸ ਨੂੰ ਕਿਵੇਂ ਲੰਬਾ ਲਟਕਾ ਦਿੱਤਾ ਜਾਵੇ। ਕੁਝ ਕੇਸਿਸ ਬਾਰੇ ਪਾਰਟਿਕੂਲਰ ਬੈਂਚ ਕੋਲ ਕੇਸ ਲੱਗ ਜਾਂਦਾ ਤੇ ਉਹ ਛੇਤੀ ਵੀ ਦਿਸਦੀ ਹੈ ਕਿ ਵੀ ਹਰ ਰੋਜ਼ ਸੁਣਵਾਈ ਹੋ ਰਹੀ ਹੈ। ਇਹਦੇ ਸਾਰੇ ਇੱਕ ਪਾਸੇ ਜਿਹੜਾ ਇਨਫਰਾਸਟ੍ਰਕਚਰਲ ਜਿਹੜਾ ਢਾਂਚਾਗਤ ਪ੍ਰੋਬਲਮ ਹੈ, ਦੂਜੇ ਪਾਸੇ ਇਹਦੇ ਪਿੱਛੇ ਜਿਹੜੀ ਸੋਚ ਦੀ, ਜਿਹੜੀ ਆਈਡੀਆ ਦੀ ਪੋਲਿਟਿਕਸ ਜਿਹੜੀ ਹੈ ਉਹ ਵੀ ਕੰਮ ਕਰਦੀ ਕਿਤੇ ਨਜ਼ਰ ਆਉਂਦੀ ਹੈ, ਤੇ ਉਹ ਜੁਡੀਸ਼ਰੀ ਦੇ ਵਿੱਚ ਵੀ ਹੈ, ਉਹਦੇ ਵਿੱਚ ਕੋਰਟਸ ਤੇ ਪਾਰਟੀਆਂ ਵੀ ਆਪਦਾ ਰੋਲ ਪਲੇ ਕਰਦੀਆਂ ਨੇ। ਸਪੋਜ਼ ਕੇਸ ਲੱਗਦਾ ਇੱਕ ਪਾਰਟੀ ਚਾਹੁੰਦੀ ਹੈ ਇਸ ਪਾਰਟਿਕੂਲਰ ਜੱਜ ਕੋਲ ਨਾ ਜਾਵੇ, ਇਹਨੇ ਮਹੀਨੇ ਵਿੱਚ ਰਿਟਾਇਰ ਹੋ ਜਾਣਾ ਹੈ, ਉਹ ਕੋਸ਼ਿਸ਼ ਕਰਦੀਆਂ ਨੇ ਕਿ ਮਾਮਲਾ ਲਟਕ ਜਾਵੇ। ਇਹ ਬਹੁਤ ਛੋਟੇ ਛੋਟੇ ਕੇਸਾਂ 'ਚ ਵੀ ਹੁੰਦਾ ਹੈ, ਵੱਡੇ ਕੇਸਾਂ 'ਚ ਵੀ ਹੁੰਦਾ ਹੈ। ਇਸ ਕਰਕੇ ਬਹੁਤ ਸਾਰੇ ਰੀਜ਼ਨ ਨੇ, ਪਰ ਇੱਕ ਗੱਲ ਬਹੁਤ ਸਾਫ਼ ਹੈ, ਜਿਹੜੇ ਮਾਮਲੇ ਦੇਸ਼ ਦੇ ਪੂਰੇ ਸਮਾਜ ਨੂੰ, ਲਾਰਜਰ ਹਿੱਸੇ ਨੂੰ ਇੰਪੈਕਟ ਕਰ ਰਹੇ ਹੋਣ, ਉਹਨਾਂ ਦੀ ਸੁਣਵਾਈ
ਛੇਤੀ ਹੋਣੀ ਚਾਹੀਦੀ ਹੈ ਜਾਂ ਪਾਰਟਿਕੂਲਰ ਕਿਸੇ ਹਿੱਸੇ ਨੂੰ ਪ੍ਰਭਾਵਿਤ ਕਰ ਰਹੇ ਨੇ। ਬਹੁਤ ਸਾਰੇ ਮਾਮਲੇ ਇੰਡੀਵਿਜੂਅਲਸ ਦੇ ਹੁੰਦੇ ਨੇ, ਇੰਡੀਵਿਜੂਅਲਸ ਦੀ ਬਜਾਏ ਸਮਾਜ ਦੇ ਵੱਡੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ। ਸਾਡੇ ਸਿਸਟਮ ਨੂੰ ਇਹਨਾਂ ਉਹ ਕਰਨਾ ਚਾਹੀਦਾ ਕਿ ਇਹ ਗੱਲ ਨਾ ਬਚੇ ਕਿ ਸਾਡੇ ਕੋਲ ਕੇਸ ਜ਼ਿਆਦਾ ਨੇ ਤੇ ਜੱਜ ਥੋੜੇ ਨੇ। ਫਿਰ ਇਹ ਤਾਂ ਸਿਸਟਮ ਦੇ ਵਿੱਚ ਜ਼ਰੂਰੀ ਹੈ ਕਿ ਤੁਹਾਡੇ ਕੋਲ ਜੱਜ ਪੂਰੇ ਹੋਣ। ਦੂਜੇ ਪਾਸੇ ਤੁਸੀਂ ਬੜੇ ਯੂਨੀਕ ਤਰੀਕੇ ਗੱਲਾਂ ਦੇਖਣ ਨੂੰ ਮਿਲਦੀਆਂ ਨੇ। ਐਸਪੀਜੀ ਨੇ ਕਿਹਾ ਵੀ ਕਮਿਟਡ ਜੁਡੀਸ਼ਰੀ ਦਾ ਦੌਰ ਹੁਣ ਆਉਂਦਾ ਦਿਸਦਾ ਹੈ। ਤੁਹਾਨੂੰ ਇੱਕ ਦੂਜੀ ਰਿਫਲੈਕਸ਼ਨ ਦਿਸਦੀ ਹੈ। ਅੱਜਕੱਲ ਬੜੀ ਚਰਚਾ ਹੈ ਐਸਪੀਜੀ ਪਿਛਲੇ ਦਿਨਾਂ ਤੋਂ, ਕਿਰਨ ਰਿਜੀਜੂ ਜੀ ਲਾਅ ਮਿਨਿਸਟਰ ਆਏ ਤੇ ਜੁਡੀਸ਼ਰੀ ਬਾਰੇ ਗੱਲਾਂ ਕਰ ਰਹੇ ਨੇ, ਜੱਜਿਸ ਉਹਨਾਂ ਨੂੰ ਸਵਾਲ ਕਰ ਰਹੇ ਨੇ। ਇੱਕ ਪਾਸੇ ਉਹ ਕੰਟੈਸਟੇਸ਼ਨ, ਇੱਕ ਪਾਸੇ ਉਹ ਟਕਰਾਅ ਵੀ ਦਿਸ ਰਿਹਾ, ਇੱਕ ਪਾਸੇ ਟਕਰਾਅ ਦਿਸ ਰਿਹਾ, ਦੂਜੇ ਪਾਸੇ ਸਰਕਾਰ ਦੇ ਫੈਸਲਿਆਂ ਤੇ ਮੋਹਰ ਵੀ ਦਿਸਦੀ ਹੈ। ਸੋ ਇਹ ਬਹੁਤ ਹੀ ਪੇਚੀਦਗੀ ਭਰਿਆ ਮਾਮਲਾ ਹੈ ਤੇ ਸਮਾਜ ਦੀ ਜਿਹੜੀ ਪੈਨੀ ਨਜ਼ਰ ਹੈ, ਸਮਾਜ ਦੇ ਉਸ ਹਿੱਸੇ ਦੀ ਖਾਸ ਕਰਕੇ ਜਿਹੜਾ ਸਜਗ ਹੈ, ਜਿਹੜਾ ਸਚੇਤ ਹੈ, ਜਿਹਨੂੰ ਪੜ੍ਹਨ ਲਿਖਣ ਦਾ ਤੇ ਜਾਣਨ ਦਾ ਮੌਕਾ ਮਿਲਿਆ ਐਸੇ ਸਮਾਜ ਦੇ ਸੰਸਾਧਨਾਂ ਨੂੰ ਇਸਤੇਮਾਲ ਕਰਦੇ ਹੋਏ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਦੇ ਪੈਨੀ ਨਜ਼ਰ ਰੱਖਣ, ਲੋਕਾਂ ਦੀ ਭਾਸ਼ਾ 'ਚ ਗੱਲ ਹੋਵੇ, ਲੋਕਾਂ ਤੋਂ ਕੋਈ ਜਾਣਕਾਰੀ ਜਾਵੇ। ਜੋ ਜਾਣਕਾਰੀ ਜਾਏਗੀ ਤੇ ਲੋਕਾਂ ਤੇ ਕੋਈ ਅਸਰ ਵੀ ਹੋਏਗਾ। ਆਪਾਂ ਕੋਲੀਜੀਅਮ ਦੀ ਗੱਲ ਕੀਤੀ, ਇੱਕ ਟਾਈਮ ਸੀ ਕੋਲੀਜੀਅਮ ਸਿਸਟਮ ਆਉਣ ਤੋਂ ਪਹਿਲਾਂ। ਕੋਲੀਜੀਅਮ ਸਿਸਟਮ ਵੀ ਧਿਆਨ ਰਹੇ ਕਿ ਸੁਪਰੀਮ ਕੋਰਟ ਦੀ ਜਜਮੈਂਟ ਰਾਹੀਂ ਆਇਆ ਹੈ, ਕੋਈ ਪਾਰਲੀਮੈਂਟ ਰਾਹੀਂ ਨਹੀਂ ਆਇਆ। ਸੰਵਿਧਾਨ ਦੀ ਗੱਲ ਕਹਿੰਦਾ, ਉਹ ਹਲੇ ਵੀ ਉਵੇਂ ਹੀ ਕਹਿੰਦਾ, ਸੰਵਿਧਾਨ ਦੇ ਕੋਈ ਅੱਖਰ ਨਹੀਂ ਬਦਲਿਆ ਗਿਆ। ਪਰੰਤੂ ਸੁਪਰੀਮ ਕੋਰਟ ਦੀ ਜਜਮੈਂਟ ਆਈ, ਉਹਨਾਂ ਨੇ ਕਿਹਾ ਵੀ ਐ ਹੋਣਾ। ਦੂਜੀ ਵਾਰ ਉਹਨਾਂ ਨੇ ਕਿਹਾ ਅੱਛਾ ਜੀ ਇਹਦੇ ਵਿੱਚ ਕੋਲੀਜੀਅਮ ਵੱਡਾ ਹੋਏਗਾ, ਇਸ ਦੀ ਪ੍ਰੋਸੈਸਿਸ ਐ ਸ਼ੁਰੂ ਹੋਣਗੇ। ਇੱਕ ਪ੍ਰੋਸੈਸ ਬਣ ਗਿਆ। ਐਸੇ ਸਰਕਾਰ ਨੇ ਕੋਲੀਜੀਅਮ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਲੈ ਕੇ ਆਈ ਸੀ, ਸੁਪਰੀਮ ਕੋਰਟ ਦੇ ਵਿੱਚ ਕੇਸ ਆਰਗਿਊ ਹੋਇਆ। ਤੇ ਦੂਜੇ ਪਾਸੇ ਮੈਂ ਤੁਹਾਨੂੰ ਹੋਰ ਪਿੱਛੇ ਜਾਵਾਂ, ਪੂਰਨ ਸਹਿਮਤੀ ਵੀ ਸੀ, ਦੋਨਾਂ ਪਾਰਟੀਆਂ ਦੀ ਵੀ ਸਹਿਮਤੀ ਸੀ ਐਨਜੀਏਸੇ ਦੀ ਵਿੱਚ। ਮੈਂ ਤੁਹਾਨੂੰ ਇਸ ਤੋਂ ਅਗਲੀ ਗੱਲ ਦੱਸ ਰਿਹਾ, ਇਸ ਦੇਸ਼ ਦੇ ਵਿੱਚ ਵੱਡੀ ਲੜਾਈ ਰਹੀ ਕਿ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ। ਹੁਣ ਜਦੋਂ ਨੈਸ਼ਨਲ ਜੁਡੀਸ਼ੀਅਲ ਕਮਿਸ਼ਨ ਬਣਾਉਣ ਦੀ ਗੱਲ ਹੈ, ਉਹਦੇ ਵਿੱਚ ਇਹ ਹੈ ਕਿ ਨਾ ਤਾਂ ਐਗਜ਼ੀਕਿਊਟਿਵ ਦੀ ਪਾਵਰ ਜ਼ਿਆਦਾ ਹੋਏਗੀ, ਨਾ ਜੁਡੀਸ਼ਰੀ ਦੀ ਹੋਏਗੀ, ਕੋਈ ਓਵਰ ਪਾਵਰ ਨਹੀਂ ਕਰ ਰਹੀ ਹੋਏਗੀ। ਇਸ ਤਰ੍ਹਾਂ ਦਾ ਬੈਲੈਂਸ ਹੋਏਗਾ ਕਿ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। ਕਿਉਂਕਿ ਜਦੋਂ ਐਗਜ਼ੀਕਿਊਟਿਵ ਅਪਾਇੰਟਮੈਂਟ ਕਰ ਰਹੀ ਸੀ, ਉਹ ਵੀ ਬਹੁਤ ਖਰਾਬ ਸੀ, ਉਹਦੇ ਅਨੁਭਵ ਲੋਕਾਂ ਦੇ ਬਹੁਤ ਖਰਾਬ ਸੀ, ਹਰ ਕੋਈ ਉਹਦਾ ਵਿਰੋਧ ਕਰ ਰਿਹਾ ਸੀ। ਉਸ ਮੌਕੇ 'ਚ ਜਜਮੈਂਟ ਆਈ ਤੇ ਕੋਲੀਜੀਅਮ ਸਿਸਟਮ ਆ ਗਿਆ ਕਿ ਜੱਜਿਸ ਹੀ ਜੱਜਿਸ ਨੂੰ ਅਪਾਇੰਟ ਕਰਨਗੇ। ਹੁਣ ਜਦੋਂ ਐਨਜੀਸੀ ਦੀ ਚੈਲੰਜ ਹੋਇਆ, ਸੁਪਰੀਮ ਕੋਰਟ ਦੇ ਵਿੱਚ ਬਹੁਤ ਹੀ ਵਰਿਸ਼ਠ ਵਕੀਲ ਤੇ ਕਾਫੀ ਪ੍ਰੋਗਰੈਸਿਵ ਸਾਈਡ 'ਚ ਖੜੇ ਹੋਏ ਵਕੀਲ ਸਾਹਿਬ ਆਰਗਿਊ ਕਰ ਰਹੇ ਸੀ ਤੇ ਉਹਨਾਂ ਦੇ ਅਖਬਾਰਾਂ 'ਚ ਲਗਾਤਾਰ ਛਪਿਆ ਸੀ ਕਿ ਜੱਜ ਸਾਹਿਬ ਤੁਸੀਂ ਕੋਰੀਡੋਰ 'ਚ ਜਾ ਕੇ ਵੇਖੋ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਵਿੱਚ ਕਿ ਜੇ ਵਕੀਲ ਕੀ ਗੱਲ ਕਰਦੇ ਨੇ ਕਿ ਅਪਾਇੰਟਮੈਂਟਸ ਹੋ ਕਿਵੇਂ ਰਹੀਆਂ ਨੇ, ਕਿੰਨਾ ਦੀ ਹੋ ਰਹੀਆਂ ਨੇ, ਇਹ ਆਰਗਿਊ ਕੀਤਾ ਸੀ। ਹੁਣ ਸਰਕਾਰ ਜਦੋਂ ਐਨਜੀਸੀ ਦੀ ਗੱਲ ਕਰ ਰਹੀ ਹੈ, ਫਿਰ ਉਹਨਾਂ ਦਾ ਇੱਕ ਬਿਆਨ, ਇਹ ਆਰਟੀਕਲ ਛਪਿਆ ਕਿਸੇ ਅਖਬਾਰ 'ਚ, ਉਹਨਾਂ ਨੇ ਸਵਾਲ ਉਠਾਇਆ ਕਿ ਨਹੀਂ ਇਹ ਸਰਕਾਰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਦੋ ਗੱਲਾਂ ਨੇ, ਇੱਕ ਆਈਡੀਆ, ਦੂਜਾ ਜਿਹੜੀ ਸੱਤਾ ਦੇ ਵਿੱਚ ਬੈਠੀ ਸਰਕਾਰ ਹੈ, ਜਿਹਦੀ ਪਾਰਲੀਮੈਂਟ ਦੇ ਵਿੱਚ ਮੈਜੋਰਿਟੀ ਹੈ, ਉਹ ਉਸ ਆਈਡੀਆ ਨੂੰ ਕਿਵੇਂ ਆਪਦੇ ਹੱਕ 'ਚ ਇਸਤੇਮਾਲ ਕਰੇਗੀ। ਇਹ ਦੋਵਾਂ ਦੇ ਵਿੱਚ ਬੈਲੈਂਸ ਬਣਾਉਣਾ ਜਾਂ ਦੋਵਾਂ ਤੇ ਤਿੱਖੀ ਨਜ਼ਰ ਰੱਖਣਾ ਹੀ ਇੱਕ ਬਿਹਤਰ ਚੀਜ਼ ਨੂੰ ਇਜਾਦ ਕਰ ਸਕਦਾ ਹੈ। ਮੈਨੂੰ ਯਾਦ ਹੈ ਜਦੋਂ ਲਾਅ ਮਿਨਿਸਟਰ ਬਣੇ ਸੀ ਬੀਜੇਪੀ ਦੀ ਸਰਕਾਰ ਦੇ ਵਿੱਚ, ਰਾਮ ਜੇਠਮਲਾਨੀ, ਕਮੇਟੀ ਔਨ ਜੁਡੀਸ਼ੀਅਲ ਅਕਾਊਂਟੇਬਿਲਿਟੀ, ਕੋਜਾ, ਇੱਕ ਬਹੁਤ ਵੱਡਾ ਸੰਗਠਨ ਬਣਾਇਆ। ਉਹਨਾਂ ਨੇ ਐਨਜੀਸੀ ਦਾ ਇੱਕ ਡਰਾਫਟ ਦਿੱਤਾ। ਦੇਸ਼ ਦੇ ਜਾਣੇ ਮਾਨੇ ਵਕੀਲ ਜੇਠਮਲਾਨੀ ਉਹਦੇ ਵਿੱਚ ਸੀ, ਸ਼ਾਂਤੀ ਭੂਸ਼ਣ ਉਹਦੇ ਵਿੱਚ ਸੀ, ਹਰਦੇਵ ਸਿੰਘ ਉਹਦੇ ਵਿੱਚ ਸੀ, ਇਹ ਬਹੁਤ ਸਾਰੇ ਵਕੀਲ ਸੀ। ਉਦੋਂ ਨੇ ਇੱਕ ਸੈਮੀਨਾਰ ਹੋਇਆ ਦਿੱਲੀ ਦੇ ਵਿੱਚ ਤੇ ਜੇਠਮਲਾਨੀ ਨੇ ਕਿਹਾ, ਮੈਂ ਉਹ ਜੇਠਮਲਾਨੀ ਜੀ ਉੱਥੇ ਸੀਗੇ, ਉਹਨਾਂ ਨੇ ਕਿਹਾ ਮੇਰਾ ਇਰਾਦਾ ਹੈ ਕਿ ਇਹ ਕੰਪੋਜੀਸ਼ਨ ਐਨਜੀਸੀ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਮੈਂ ਉਹ ਜੱਜ ਕਰਨਾ ਚਾਹਨਾ, ਉਹ ਇਜਾਦ ਕਰਨਾ ਚਾਹਨਾ, ਤਾਂ ਕਿ ਅਸੀਂ ਬੈਲੈਂਸ ਕਰ ਸਕੀਏ, ਨਾ ਐਗਜ਼ੀਕਿਊਟਿਵ ਆਪਦੀ ਇੱਕ ਤਰਫਾ ਆਪਦੀ ਮਰਜ਼ੀ ਚਲਾਵੇ, ਨਾ ਜੁਡੀਸ਼ਰੀ ਚਲਾਵੇ, ਤੇ ਜੁਡੀਸ਼ਰੀ ਦੇ ਨੂੰ ਐਗਜ਼ੀਕਿਊਟਿਵ ਓਵਰ ਪਾਵਰ ਵੀ ਨਾ ਕਰ ਸਕੇ ਤੇ ਜੁਡੀਸ਼ਰੀ ਵੀ ਆਪਦੀ ਮਰਜ਼ੀ ਚਲਾ ਕੇ ਸਾਰਾ ਕੁਝ ਆਪਦੇ ਹੱਥ 'ਚ ਨਾ ਲੈ ਲਵੇ। ਹਾਲੇ ਤੱਕ ਉਹ ਚਰਚਾ ਅੱਗੇ ਨਹੀਂ ਵਧ ਰਹੀ ਹੈ। ਮੈਂ ਇੱਕ ਕਥਾ ਕਲਾਮੀ ਲਈ ਮਾਫੀ, ਪ੍ਰਸ਼ਾਂਤ ਭੂਸ਼ਣ ਨੇ ਇੱਕ ਲਿਸਟ ਵੀ ਕੱਢ ਦਿੱਤੀ ਸੀ ਕਿ ਦੇਸ਼ ਦੇ ਵਿੱਚ ਬੇਈਮਾਨ ਜੱਜ ਕਿਹੜੇ ਰਹੇ ਨੇ, ਉਹਨਾਂ ਦੇ ਵਿੱਚ ਦੇਸ਼ ਦੇ ਬਹੁਤ ਵੱਡੇ ਜੱਜਿਸ ਦਾ ਨਾਮ ਸੀ। ਜਿਹੜੀ ਰਾਜੀਵ ਗਦਾਰਾ ਜੀ ਨੇ ਗੱਲ ਕੀਤੀ ਕਿ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਰੋਕਦੀ ਵੀ ਹੈ, ਸੁਪਰੀਮ ਕੋਰਟ ਨੂੰ ਜੱਜਿਸ ਦਾ ਆਪਸ ਵਿੱਚ ਕਨਫਲਿਕਟ ਵੀ ਹੋ ਰਿਹਾ ਐਗਜ਼ੈਕਟਿਵ ਦੇ ਨਾਲ, ਤੇ ਜੁਡੀਸ਼ਰੀ ਮੋਹਰ ਵੀ ਲਾ ਲਈ ਹੈ। ਮੈਂ ਸਿਰਫ ਇੰਨੀ ਗੱਲ ਰੇਖਾਂਕਿਤ ਕਰਨੀ ਚਾਹਨਾ ਕਿ ਇੱਕ ਤਾਂ ਸੁਪਰੀਮ ਕੋਰਟ ਕੋਈ ਹੋਮੋਜੀਨਸ ਚੀਜ਼ ਨਹੀਂ ਹੈ, ਕਿਉਂਕਿ ਜਸਟਿਸ ਰੰਜਨ ਗੋਗੋਈ ਵੀ ਇੱਕ ਚੀਫ ਜਸਟਿਸ ਆਫ ਇੰਡੀਆ ਸੀਗੇ ਤੇ ਜਸਟਿਸ ਬੋਬਡੇ ਵੀ ਸੀਗੇ ਤੇ ਜਸਟਿਸ ਐਨਵੀ ਰਮन्ना ਵੀ ਰਹੇ। ਇਹ ਬਿਲਕੁਲ ਅਲੱਗ-ਅਲੱਗ ਚੀਜ਼ਾਂ ਨੇ ਤੇ ਨਾ ਤੇ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਘਾਟ ਸੀ, ਨਾ ਕੋਈ ਇਨਫਰਾਸਟ੍ਰਕਚਰ ਦੀ ਪ੍ਰੋਬਲਮ ਸੀ। ਜਦੋਂ ਬੇਸ਼ਰਮੀ ਤੇ ਬੇਹਯਾਈ ਨਾਲ, ਮੈਨੂੰ ਪਤਾ ਹੈ ਕਿ ਇਹ ਬਿਲਕੁਲ ਕੰਟੈਂਪਚੁਅਸ ਵਰਡਸ ਨੇ, ਬੇਸ਼ਰਮੀ ਤੇ ਬੇਹਯਾਈ ਨਾਲ ਹਿੰਦੁਸਤਾਨ ਦਾ ਚੀਫ ਜਸਟਿਸ ਆਪਣੇ ਖਿਲਾਫ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਦੇ ਉੱਤੇ ਆਪ ਜਜਮੈਂਟ ਵਿੱਚ ਬੈਠ ਜਾਂਦਾ ਤੇ ਆਪ ਉਹ 3 ਜੱਜਿਸ ਦੇ ਬੈਂਚ ਨਾਲ ਬੈਠਦਾ ਤੇ ਫਿਰ ਜਜਮੈਂਟ ਨੂੰ ਆਪ ਸਾਈਨ ਨਹੀਂ ਕਰਦਾ ਤੇ ਬਾਕੀ ਦੇ 2 ਜੱਜਿਸ ਸਾਈਨ ਕਰਦੇ ਨੇ। ਇਹ ਹਿੰਦੁਸਤਾਨ ਦੇ ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ ਇੱਕ
ਕਲੰਕਿਤ ਹਿੱਸਾ ਰਹੇਗਾ ਤੇ ਇਹ ਸਾਡੇ ਹੀ ਸਮਿਆਂ ਦੇ ਵਿੱਚ ਹੋਣਾ ਲਿਖਿਆ ਸੀਗਾ। ਸੁਪਰੀਮ ਕੋਰਟ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਕੰਡਕਟ ਕਰ ਰਹੀ ਹੈ, ਹਾਇਰ ਜੁਡੀਸ਼ਰੀ ਜਿਸ ਤਰੀਕੇ ਨਾਲ ਕੰਡਕਟ ਕਰ ਰਹੀ ਹੈ, ਉਹਦੇ ਤੇ ਬਹੁਤ ਵਾਜਬ ਸਵਾਲ ਨੇ। ਇਹ ਠੀਕ ਗੱਲ ਹੈ ਕਿ ਸਰਕਾਰ ਦੇ ਨਾਲ ਜਿਹੜੀ ਕਨਫਲਿਕਟ ਆ ਰਹੀ ਹੈ, ਚਾਹੇ ਉਹ ਕੋਲੀਜੀਅਮ ਦੇ ਮਾਮਲੇ ਤੇ ਹੋਵੇ, ਕਿਉਂਕਿ ਉਹ ਬੇਸਿਕਲੀ ਇਹ ਹੈ ਕਿ ਤੁਸੀਂ ਕਿਸ ਨੂੰ ਜੱਜ ਲਗਾਣਾ। ਆਈ ਥਿੰਕ ਲੋਕਾਂ ਨੂੰ ਇੱਕ ਸਵਾਲ ਹੋਰ ਪੁੱਛਣਾ ਚਾਹੀਦਾ ਹੈ ਕਿ ਅੱਛਾ ਜਿਹੜੀਆਂ ਚੰਗੀਆਂ ਡੈਮੋਕ੍ਰੇਸੀਜ਼ ਨੇ ਉੱਥੇ ਜੱਜ ਕਿਵੇਂ ਲੱਗਦੇ ਨੇ, ਅਮਰੀਕਾ ਵਿੱਚ ਜੱਜ ਕਿਵੇਂ ਲੱਗਦੇ ਨੇ। ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਦੇ ਵਿੱਚ ਜਿਸ ਵੇਲੇ ਜੱਜ ਦੀ ਅਪਾਇੰਟਮੈਂਟ ਹੁੰਦੀ ਹੈ, ਸਿਰਫ 9 ਜੱਜਸ ਨੇ ਉਹਨਾਂ ਦੇ। ਜਿਸ ਵੇਲੇ ਜੱਜ ਦੀ ਅਪਾਇੰਟਮੈਂਟ ਹੁੰਦੀ ਹੈ, ਕੇਵਨ ਬਰਾਉਨ ਦੀ ਅਪਾਇੰਟਮੈਂਟ ਹੋਈ ਹੈ, ਸਾਰੀ ਰਾਤ ਉਹਦੀਆਂ ਟੈਸਟੀਫਿਕੇਸ਼ਨ ਚੱਲਦੀਆਂ ਨੇ, ਕੈਮਰੇ ਦੇ ਉੱਤੇ ਹੁੰਦੀਆਂ ਨੇ, ਪੂਰਾ ਦੇਸ਼ ਦੇਖ ਰਿਹਾ ਹੁੰਦਾ, ਉਹਦੇ ਕੱਲੇ ਪੋਤੜੇ ਫੋਲੇ ਜਾ ਰਹੇ ਹੁੰਦੇ ਨੇ। ਕੇਵਨ ਬਰਾਉਨ ਦੇ ਉੱਤੇ ਕੀ ਸੀ ਕਿ ਜਦੋਂ 12ਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ ਤਾਂ ਆਪਣੇ ਸਕੂਲ ਦੀ ਕਾਪੀ ਦੇ ਵਿੱਚ ਉਹਨੇ ਲੋਕਾਂ ਬਾਰੇ ਕਿਸ ਕਿਸਮ ਦੇ ਕਮੈਂਟ ਲਿਖੇ ਸੀਗੇ, ਕਿਸ ਔਰਤ ਨਾਲ ਉਹਨੇ ਕਿਸ ਤਰੀਕੇ ਨਾਲ ਬਿਹੇਵ ਕੀਤਾ ਸੀਗਾ। ਇਹ ਸਭ ਚੀਜ਼ਾਂ ਵੀ ਕੁਐਸਚਨ ਹੁੰਦੀਆਂ ਨੇ। ਅਸੀਂ ਜੁਡੀਸ਼ੀਅਲ ਅਪਾਇੰਟਮੈਂਟਸ ਦੇ ਪ੍ਰੋਸੈਸ ਨੂੰ ਟ੍ਰਾਂਸਪੇਰੈਂਟ ਕਿਵੇਂ ਬਣਾਉਣਾ ਹੈ, ਇਹ ਇੱਕ ਵੱਡਾ ਸਵਾਲ ਹੋਣਾ ਚਾਹੀਦਾ। ਕੋਲੀਜੀਅਮ ਦੇ ਵਿੱਚ ਵੀ ਟ੍ਰਾਂਸਪੇਰੈਂਸੀ ਨਹੀਂ ਸੀ, ਇਸੇ ਕਰਕੇ ਸਵਾਲ ਆਉਂਦੇ ਆ। ਸਰਕਾਰ ਨੂੰ ਇਸੇ ਕਰਕੇ ਕਹਿਣਾ ਪੈਂਦਾ। ਰਜੀਵ ਜੀ ਇਸ ਵਾਰੀ ਉਹਨਾਂ ਨੇ ਕੀ ਫਿਗਰ ਦਿੱਤੀ ਹੈ ਕਿ ਹਾਈ ਕੋਰਟ ਨੇ ਕਿੰਨੇ % ਹਾਈ ਕੋਰਟ ਤੇ ਜਿਹੜੇ ਜੱਜਿਸ ਦੀ ਅਪਾਇੰਟਮੈਂਟਸ ਹੈ ਉਹਦਾ ਮੋਰ ਦੈਨ 30% ਸ਼ਾਇਦ ਕੋਲੀਜੀਅਮ ਨੇ, ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਰਿਜੈਕਟ ਕੀਤਾ। ਪਰ ਇਹਦਾ ਪਬਲਿਕ ਦੇ ਐਂਗਲ ਤੋਂ ਇੱਕ ਬੜਾ ਮੋਟਾ ਜਿਹਾ ਗੱਲ, ਪਬਲਿਕ ਕੀ ਚਾਹੁੰਦੀ ਹੈ ਜੁਡੀਸ਼ਰੀ ਤੇ ਵਰਸਸ ਜੋ ਮਰਜ਼ੀ, ਉਹ ਪਬਲਿਕ ਤਾਂ ਨਿਆਂ ਚਾਹੁੰਦੀ ਹੈ ਨਾ। ਪਬਲਿਕ ਇਹ ਚਾਹੁੰਦੀ ਹੈ, ਔਰ ਪਬਲਿਕ ਦਾ ਜਿਹੜਾ ਇਹ ਚਾਹੁੰਦੀ ਹੈ ਕਿ ਉਹਦੇ ਤੱਕ ਅਪਰੋਚ ਹੋਵੇ ਜੀ, ਜਸਟਿਸ ਉਹਨੂੰ ਤੁਰੰਤ ਜਲਦੀ ਮਿਲੇ, ਔਰ ਉਹ ਸਸਤਾ ਤੇ ਸਾਦਾ ਵੀ ਹੋਵੇ ਨਾ, ਉਸ ਲੈਵਲ ਤੱਕ ਉਹਦੀ ਪਹੁੰਚ ਹੋਵੇ। ਨੂੰ ਲਤੀਫਪੁਰੇ ਤੋਂ ਲੈ ਕੇ ਹਲਦਵਾਨੀ ਤੱਕ ਦਾ ਰਸਤਾ ਨਾਪਣਾ ਆਉਂਦਾ। ਉਹਨਾਂ ਨੂੰ ਪਤਾ ਹੈ ਕਿ ਜੇ ਲਤੀਫਪੁਰੇ ਦੇ ਵਿੱਚ ਬੁਲਡੋਜ਼ਰ ਚੱਲ ਜਾਣ ਤੇ ਕੋਈ ਸੁਓ ਮੋਟੋ ਨੋਟਿਸ ਕਿਸੇ ਜੱਜ ਨੇ ਨਹੀਂ ਲੈਣਾ ਤੇ ਉਹਨਾਂ ਨੇ ਆਪ ਹੀ ਧਰਨੇ ਤੇ ਬੈਠਣਾ। ਹਲਦਵਾਨੀ ਦਾ ਜਦੋਂ ਕੋਈ ਕੇਸ ਚਲਾ ਜਾਂਦਾ ਤਾਂ ਲੋਕਾਂ ਦੀ ਇੱਕ ਤਵੱਕੋ ਹੁੰਦੀ ਹੈ ਕਿ ਕੀ ਹਾਇਰ ਜੁਡੀਸ਼ਰੀ ਨੂੰ ਦਿਖਾਈ ਦੇਗਾ ਕਿ ਮਨੁੱਖਾਂ ਦੇ ਨਾਲ, ਜਿਉਂਦੇ ਜਾਗਦੇ ਇਨਸਾਨਾਂ ਦੇ ਨਾਲ ਸਰਕਾਰ ਬਿਲਕੁਲ ਕਾਨੂੰਨ ਅਨੁਸਾਰ ਕੀ ਕਰਨ ਜਾ ਰਹੀ ਹੈ। ਕਿਉਂਕਿ ਸਰਕਾਰ ਤੇ ਕਹਿ ਸਕਦੀ ਹੈ ਕਿ ਅਸੀਂ ਜੋ ਕਰਨ ਜਾ ਰਹੇ ਹਾਂ ਉਹ ਪੂਰਨ ਤਰੀਕੇ ਨਾਲ ਕਾਨੂੰਨ ਅਨੁਸਾਰ ਹੈ। ਸੁਪਰੀਮ ਕੋਰਟ ਨੇ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਕਾਨੂੰਨ ਅਨੁਸਾਰ ਨਹੀਂ ਕਰ ਰਹੇ, ਉਹਨਾਂ ਨੇ ਕਿਹਾ ਨਹੀਂ ਕਰ ਸਕਦੇ। ਪਹਿਲਾਂ ਤਾਂ ਸਮਾਂ ਦਿਓ, 1 ਮਹੀਨੇ ਦਾ ਸਮਾਂ ਦਿਓ। ਹਲਦਵਾਨੀ ਦੇ ਵਿੱਚ ਬੈਠੇ ਇਹਨਾਂ ਹਜ਼ਾਰਾਂ ਲੋਕਾਂ ਨੂੰ, ਉਹ ਆਪਣੇ ਘਰ ਘਾਟਾਂ ਦੇ ਵਿੱਚ 50 ਸਾਲਾਂ ਤੋਂ ਰਹਿ ਰਹੇ ਨੇ, ਉਹਨਾਂ ਨੂੰ ਕਿਸੇ ਰੀਹੈਬਿਲਿਟੇਸ਼ਨ ਪਾਲਿਸੀ ਦੇ ਥੱਲੇ ਲਿਆਓ। ਕਿਉਂਕਿ ਸੁਪਰੀਮ ਕੋਰਟ ਨੇ ਜਿਸ ਵੇਲੇ ਹੱਕ ਇਨਸਾਫ ਦੀ ਗੱਲ ਕਰਨੀ ਹੈ, ਦੋਨੋਂ ਗੱਲਾਂ ਅਲੱਗ-ਅਲੱਗ ਨੇ ਕਿ ਅਸੀਂ ਕੇਵਲ ਕੋਰਟ ਆਫ ਲਾ ਬਣਾਉਣੀਆਂ ਨੇ ਕਿ ਕੋਰਟ ਆਫ ਜਸਟਿਸ ਬਣਾਉਣੀਆਂ ਨੇ। ਕਾਨੂੰਨ ਦੇ ਅਨੁਸਾਰ ਤੇ ਹਲਦਵਾਨੀ ਦੇ ਬੰਦੇ ਉਜਾੜ ਦੇਣੇ ਚਾਹੀਦੇ ਨੇ, ਪਰ ਇਨਸਾਫ ਦੇ ਅਨੁਸਾਰ ਉਜਾੜਨ ਲੱਗਿਆ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਕਰਨਾ ਚਾਹੀਦਾ। ਜਦੋਂ ਜੁਡੀਸ਼ਰੀ ਇਸ ਖੱਪੇ ਦੇ ਵਿੱਚ ਆਪ ਆ ਕੇ ਖੜੀ ਹੋਏਗੀ ਤਾਂ ਲੋਕਾਂ ਵਿੱਚ ਜੁਡੀਸ਼ਰੀ ਦਾ ਇਤਮਾਦ ਹੋਏਗਾ। ਜਦੋਂ ਜੁਡੀਸ਼ਰੀ ਉਹਦੇ ਤੋਂ ਗਾਇਬ ਦਿਖਾਈ ਦੇਗੀ, ਤੁਸੀਂ 370 ਲਾ ਦੋਗੇ, ਲੋਕਾਂ ਨੂੰ ਬੇਲ ਨਹੀਂ ਮਿਲੇਗੀ, ਹੈਪੀਅਸ ਕਾਰਪਸ ਦੀਆਂ ਪਟੀਸ਼ਨਾਂ ਨਹੀਂ ਸੁਣੀਆਂ ਜਾਣਗੀਆਂ, ਤੁਸੀਂ ਸੁਧਾ ਭਾਰਦਵਾਜ ਤੇ ਬਰਬਰਾ ਰਾਓ ਵਰਗੇ ਲੋਕਾਂ ਨੂੰ ਮਹੀਨਿਆਂ ਦਰ ਮਹੀਨਿਆਂ, ਸਾਲ ਦਰ ਸਾਲ ਬੇਲ ਨਹੀਂ ਦਿਓਗੇ, ਤਾਂ ਫਿਰ ਲੋਕ ਸਵਾਲ ਪੁੱਛਣਗੇ ਕਿ ਸਾਡੇ ਇੰਸਟੀਟਿਊਸ਼ਨਸ ਦੇ ਅੰਦਰ ਇੱਕ ਖੋਰਾ ਕਿਉਂ ਲੱਗ ਰਿਹਾ ਉਹਨਾਂ ਸਮਿਆਂ ਦੇ ਵਿੱਚ ਜਿਸ ਵੇਲੇ ਤਾਕਤ ਬੋਲਦੀ ਹੈ, ਸੱਤੇ ਦਾ ਡਾਢੀ ਵੀ 100 ਹੋ ਰਿਹਾ ਦੇਸ਼ ਦੇ ਵਿੱਚ। ਰਜੀਵ ਜੀ, ਇਹਦੇ ਚ ਇੱਕ ਗੱਲ ਮੈਂ ਨਾਲ ਇਹ ਕਰ ਲਿਆ, ਜਿਹੜੇ ਹਿਊਮਨ ਰਾਈਟਸ ਦੇ ਐਂਗਲ ਨੇ ਦੇਸ਼ ਦੇ ਵਿੱਚ, ਹਿਊਮਨ ਰਾਈਟਸ ਮੂਵਮੈਂਟਸ ਵੀ ਨੇ ਆਪਣੇ ਤਰੀਕੇ ਦੀ ਗੱਲ ਕਰਦੀਆਂ ਨੇ। ਜਿਵੇਂ ਪਹਿਲਾਂ ਵੀ ਲੋਕਾਂ ਨੇ ਪੋਟਾ ਦੇ ਖਿਲਾਫ, ਵੱਖ-ਵੱਖ ਦੇ ਖਿਲਾਫ ਇੱਕ ਲੈਵਲ ਦੀ ਮੁਹਿੰਮ ਚਲਾਈ, ਤੇ ਜਿਹੜੇ UAPA ਤੇ NIA ਜਿਹੜੀਆਂ ਇਹ ਉਸ ਲੈਵਲ ਤੇ ਬਣ ਗਈਆਂ ਨੇ। ਔਰ ਲੋਕਾਂ ਦੇ ਵਿੱਚ ਇੱਕ ਜਿਹੜਾ ਹਿਊਮਨ ਰਾਈਟਸ ਦੇ ਵਿੱਚ ਤਾਂ ਇਹ ਨਾਰਮਲੀ ਗੱਲ ਹੈ ਨਾ, ਕਿਉਂ ਜਿਹੜਾ ਸੰਵਿਧਾਨ ਦੀ ਸਪਿਰਿਟ ਹੈ, ਖਾਸ ਤੌਰ ਦੇ ਉੱਤੇ ਫੰਡਾਮੈਂਟਲ ਰਾਈਟਸ ਦਾ, ਫਰੀडम ਆਫ ਐਕਸਪ੍ਰੈਸ਼ਨ ਦਾ, ਉਸ ਦੇ ਖਿਲਾਫ ਉਹ ਕਾਨੂੰਨ ਨਜ਼ਰ ਆਉਂਦਾ ਹੈ। ਪਤਾ ਨਹੀਂ ਅਜੇ ਅਦਾਲਤ ਨੇ, ਸੁਪਰੀਮ ਕੋਰਟ ਨੇ ਦੇਖਣਾ ਹੈ, ਪੈਂਡਿੰਗ ਪਿਆ ਉਸ ਸਾਰੇ ਮਾਮਲੇ ਦੇ ਵਿੱਚ ਕਿ ਹਿਊਮਨ ਰਾਈਟਸ ਮੂਵਮੈਂਟਸ ਵੀ ਵੀਕ ਹੋ ਜਾਂਦੇ ਪਹਿਲਾਂ ਨਾਲੋਂ ਕੰਪੈਰੇਟਿਵਲੀ, ਕਿ ਉਹ ਇੰਪੈਕਟ ਨਾ ਪੈਣ ਕਰਕੇ ਵੀ ਉਸ ਪਾਸੇ ਵੱਲ ਨੂੰ ਫੈਸਲੇ ਨਹੀਂ ਹੋ ਰਹੇ। ਇੱਕ ਤਾਂ ਹਮੀਰ ਜੀ, ਜਿਵੇਂ SP ਜੀ ਨੇ ਕਿਹਾ ਕਿ ਹੋਮੋਜੀਨੀਅਸ ਨਹੀਂ ਸੁਪਰੀਮ ਕੋਰਟ ਨਾ, ਇੱਕ ਪਾਸੇ ਜਦੋਂ ਆਪਾਂ ਬਿਲਕੁਲ ਬੇਹਯਾਈ ਦੀ ਗੱਲ ਸੀ ਜਦੋਂ ਰਾਜਨ ਗੋਗੋਈ ਆਪ ਦਾ ਕੇਸ ਸੁਣ ਰਹੇ ਸੀ, ਪਰ ਦੂਜੇ ਪਾਸੇ ਇਸੇ ਤਰ੍ਹਾਂ ਦੇ ਜਦੋਂ ਜੁਡੀਸ਼ਰੀ ਦਾ ਐਕਟਿਵਿਜ਼ਮ ਇਹ ਸਾਡੇ ਦੇਸ਼ ਦੇ ਵਿੱਚ ਹੋਇਆ, ਜੁਡੀਸ਼ੀਅਲ ਐਕਟਿਵਿਜ਼ਮ ਵੀ ਦਿਸਿਆ ਤੇ ਜੁਡੀਸ਼ੀਅਲ ਐਕਟਿਵਿਜ਼ਮ ਨੂੰ ਕਹਿ ਕੇ ਸਵਾਲ ਵੀ ਕੀਤਾ ਗਿਆ ਜਦੋਂ ਜੁਡੀਸ਼ਰੀ ਬਹੁਤ ਪ੍ਰੋਐਕਟਿਵ ਨਜ਼ਰ ਆਈ। ਇਸ ਕਰਕੇ ਤੁਸੀਂ ਜੇ ਪਾਰਟੀਜਨ ਹੋ ਕੇ ਇੱਕ ਪੱਖ ਰੱਖਣ ਦੀ ਗੱਲ ਕਰਦੇ ਹੋ, ਬਹੁਤ ਸਾਰੇ ਉਦਾਹਰਣ ਇੱਧਰ ਤੇ ਬਹੁਤ ਸਾਰੇ ਉਦਾਹਰਣ ਉਧਰ ਵੀ ਦੇ ਸਕਦੇ ਹੋ। ਸੋ ਆਈ ਐਮ ਨੋਟ, ਮੈਂ ਉਹ ਨਹੀਂ ਕਰ ਰਿਹਾ, ਮੈਂ ਮਤਲਬ ਪੂਰੀ ਵਿਵਸਥਾ ਨੂੰ ਆਪਾਂ ਕਿਵੇਂ ਵੇਖੀਏ, ਉਹਦੇ ਡਿਫਰੈਂਟ ਪੱਖ ਕੀ ਨੇ, ਮੈਂ ਉਹਦੀ ਕੋਸ਼ਿਸ਼ ਕਰ ਰਿਹਾ। ਹੁਣ ਯਾਕੂਬ ਖਾਨ ਦੀ ਜਦੋਂ ਪਟੀਸ਼ਨ ਰਾਤ ਨੂੰ ਲੈ ਜਾਂਦੀ ਹੈ, ਉਹ ਵੀ ਜਾਂਦੀ ਹੈ ਐਸੇ ਦੇਸ਼ ਦੇ ਵਿੱਚ ਜਦੋਂ ਇੱਕ ਬਹੁਤ ਵੱਡੇ ਸਤਰ ਦੇ ਉਹਦਾ ਵਿਰੋਧ ਕੀਤਾ ਜਾ ਰਿਹਾ ਹੁੰਦਾ ਹੈ। ਪ੍ਰਸ਼ਾਂਤ ਭੂਸ਼ਣ ਪਟੀਸ਼ਨ ਲੈ ਕੇ ਗਏ, ਉਹਨਾਂ ਨੂੰ ਗਾਲਾਂ ਪੈ ਰਹੀਆਂ ਹੁੰਦੀਆਂ ਨੇ, ਅਦਾਲਤ ਰਾਤ ਨੂੰ ਖੁੱਲਦੀ ਹੈ, ਇਹ ਵੀ ਹੁੰਦਾ ਹੈ। ਐਸੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ 'ਚ ਆਪਾਂ ਬੈਠੇ ਹਾਂ, ਇੱਕ ਵਕੀਲ ਨੂੰ ਹਾਈ ਕੋਰਟ ਦਾ ਇੱਕ ਜੱਜ ਆਰਡਰ ਕਰਦਾ ਹੈ ਕਿ CBI ਇਹਨਾਂ ਨੂੰ ਚੁੱਕ ਲਵੇ ਤੇ ਮੈਂਟਲ ਅਸਾਈਲਮ ਲੈ ਜਾਵੇ ਆਗਰਾ, ਆਰਡਰ ਕਰ ਦਿੰਦਾ। ਸ਼ਾਮ ਨੂੰ ਹਾਈ ਕੋਰਟ ਚੋਂ ਨਿਕਲਣ ਲੱਗਦੇ ਨੇ, CBI ਉੱਥੋਂ ਉਹਨਾਂ ਨੂੰ ਚੁੱਕ ਲੈਂਦੀ ਹੈ, ਦੁਪਹਿਰੇ ਆਰਡਰ ਆਉਂਦਾ, ਪਤਾ ਵੀ ਨਹੀਂ ਹੁੰਦਾ ਉਸ ਤੋਂ ਪਹਿਲਾਂ, ਤੇ CBI ਉਹਨੂੰ ਲੈ ਕੇ ਤੁਰ ਪੈਂਦੀ ਹੈ। ਵਕੀਲ ਪ੍ਰੋਟੈਸਟ ਕਰਦੇ ਨੇ, ਪ੍ਰੋਟੈਸਟ ਤੋਂ ਹਲੇ ਤਾਂ ਕੁਝ ਨਹੀਂ ਹੁੰਦਾ। ਇੱਕ ਪਟੀਸ਼ਨ ਰਾਤ ਨੂੰ ਜਾਂਦੀ ਹੈ, ਬੈਂਚ ਕਨਸਟੀਟਿਊਟ ਹੁੰਦਾ ਹੈ ਰਾਤ ਨੂੰ,
ਤੇ ਰਾਤ ਨੂੰ ਆਰਡਰ ਹੁੰਦਾ ਉਹਨੂੰ ਵਾਪਸ ਲਿਆਇਆ ਜਾਵੇ। ਉਹ ਵਕੀਲ ਨੂੰ ਸੀਬੀਆਈ ਕੋਲ ਆਰਡਰ ਜਾਂਦਾ ਹੈ, ਇੱਥੇ 33 ਸੈਕਟਰ 'ਚ ਆਰਡਰ ਦਿੱਤਾ ਜਾਂਦਾ ਹੈ, ਪਾਣੀਪਤ ਦੇ ਵਿੱਚ ਉਹ ਆਰਡਰ ਦੀ ਵੇਟ ਕਰਦੇ ਨੇ, ਉਥੋਂ ਲੈ ਕੇ ਵਾਪਸ ਆਉਂਦੇ ਨੇ। ਇਹ ਵੀ ਐਸੇ ਇਹ ਹੋਇਆ ਤੇ ਉਸ ਵਕੀਲ ਤੇ ਆਰੋਪ ਇਹ ਸੀ ਕਿ ਵੀ ਉਹ ਬਹੁਤ ਬੇਸਿਕ ਗੱਲ ਇਹ ਸੀ ਕਿ ਬਹੁਤ ਸਾਰੇ ਪਰਚੇ ਬਣਦੇ ਸੀ, ਜੱਜਾਂ ਨੂੰ ਸਵਾਲ ਕਰਦੇ। ਮੇਰਾ ਇੱਕ ਸਵਾਲ ਇਹਦੇ ਚ ਐਡੀਸ਼ਨਲ ਇੰਨਾ ਹੀ ਸੀਗਾ ਕਿ ਇਹ ਤਾਂ ਹੋ ਰਹੇ ਨੇ ਕੁਝ ਘਟਨਾਵਾਂ ਉਹ ਵੀ ਦਿਖਾਈ ਦੇ, ਇਸੇ ਕਰਕੇ ਥੋੜਾ ਜਿਹਾ ਯਕੀਨ ਖੜਾ ਰਹਿੰਦਾ ਹੈ, ਥੋੜਾ ਜਿਹਾ ਭਰੋਸਾ। ਪਰ ਕੀ ਜਿਹੜੇ ਹਿਊਮਨ ਰਾਈਟਸ ਦੀ ਜਿਹੜੀ ਮੂਵਮੈਂਟ ਹੁੰਦੀ ਹੈ ਜਾਂ ਜਿਹਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈ, ਅੱਜ ਡੈਮੋਕ੍ਰੈਟਿਕ ਸੈਟਅਪ 'ਚ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਹੋਣਾ ਚਾਹੀਦਾ ਸੀ, ਉਹ ਵੀਕ ਕਿਉਂ ਹੋ ਰਿਹਾ? ਇੰਸਟੀਟਿਊਸ਼ਨ ਦਾ ਉਹ 'ਚ ਕਿੰਨਾ ਰੋਲ ਹੈ ਤੇ ਮੂਵਮੈਂਟ ਦੇ ਜਾਂ ਜਿਹੜੇ ਲੋਕ ਉਸ ਪਾਸੇ ਚੱਲੇ ਸੀ ਉਹਨਾਂ ਦਾ? ਮੈਂ ਠੀਕ ਕੋਈ ਗੱਲ ਕਰ ਰਿਹਾ ਸੀ। ਇੱਕ ਪਾਸੇ ਬਹੁਤ ਸਾਰੇ ਮਾਮਲਿਆਂ 'ਚ ਆਪਾਂ ਨੂੰ ਦਿਸਦਾ ਕਿ ਆ ਜੱਜ ਇੱਕ ਪਾਰਟਿਕੂਲਰ ਜੱਜ ਬੈਠਾ ਤੇ ਉਹ ਆ ਕਰੇਗਾ, ਪਾਰਟਿਕੂਲਰ ਜੱਜ ਬੈਠਾ ਤਾਂ ਨਹੀਂ ਹੋਏਗਾ। ਤੁਸੀਂ ਹਾਈ ਕੋਰਟ ਦੇ ਵਿੱਚ ਵਕਾਲਤ ਕਰਨ ਵਾਲੇ, ਸੁਪਰੀਮ ਕੋਰਟ 'ਚ ਵਕਾਲਤ ਕਰਨ ਵਾਲੇ ਵਕੀਲਾਂ ਨਾਲ ਗੱਲ ਕਰਕੇ ਵੇਖੋ, ਉਹਨਾਂ ਦੇ ਕੇਸ ਜਿਵੇਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਰੋਸਟਰ ਚੇਂਜ ਹੋਇਆ, ਮਤਲਬ ਜੱਜਸ ਕਿਹੜੇ ਜੱਜ ਸਰਵਿਸ ਮੈਟਰ ਸੁਣਨਗੇ, ਕਿਹੜੇ ਬੇਲ ਮੈਟਰ ਸੁਣਨਗੇ, ਕਿਹੜੇ ਜੱਜ ਕੀ ਸੁਣਨਗੇ, ਤੇ ਇਹ ਪੂਰੀ ਚਰਚਾ ਹੈ ਕਿ ਦੇਖੋ ਜੀ ਆ ਰੋਸਟਰ ਚੇਂਜ ਹੋਇਆ, ਚੰਗਾ ਹੋ ਗਿਆ, ਆ ਲੈਂਡ ਐਕੁਇਜ਼ੀਸ਼ਨ ਦੇ ਕੇਸ, ਕੰਪਨਸੇਸ਼ਨ ਦੇ ਕੇਸ ਅੱਜ ਸੁਣ ਰਹੇ ਸੀ, ਹੁਣ ਨਹੀਂ ਸੁਣੇਗਾ ਤੇ ਇਹਦਾ ਇੰਪੈਕਟ ਇਹ ਹੋਏਗਾ। ਇਹ ਲਗਾਤਾਰ ਜਿਹੜੀ ਇਹ ਗੱਲ ਹੁੰਦੀ ਹੈ, ਇਹ ਇੰਡੀਵਿਜੂਅਲ ਜੱਜਾਂ ਦੇ ਨਾਲ ਉਹਨਾਂ ਦੇ ਪਰਸਪੈਕਟਿਵ ਦੇ ਨਾਲ ਵੇਖੀ ਜਾਂਦੀ ਹੈ। ਪਰ ਜਦੋਂ ਇੰਸਟੀਟਿਊਸ਼ਨ ਦੀ ਆਪਾਂ ਗੱਲ ਕਰੀਏ, ਜਿਹੜੀ ਕੋਲੀਜੀਅਮ ਸਿਸਟਮ ਦੀ ਤੇ ਜਿਹੜੀ ਲਾਅ ਮਿਨਿਸਟਰ ਦੀ ਜਿਹੜੀ ਬਾਰ-ਬਾਰ ਗੱਲ ਆ ਰਹੀ ਹੈ, ਉਹ ਇੰਡੀਵਿਜੂਅਲ ਜੱਜਾਂ ਤੋਂ ਜ਼ਿਆਦਾ ਫਿਲਹਾਲ ਐਜ ਅ ਸਿਸਟਮ ਦੇ ਵਿੱਚ ਹੈ। ਇਹ ਕੋਸ਼ਿਸ਼ ਹੋ ਸਕਦੀ ਹੈ ਸਰਕਾਰ ਦੀ ਕਿ ਫਿਰ ਇੰਡੀਵਿਜੂਅਲ ਜੱਜਿਸ ਅਸੀਂ ਆਪਦੀ ਸਾਡੀ ਸ਼ੈ ਹੋਏਗੀ ਤੇ ਅਸੀਂ ਆਪਦੇ ਬੰਦੇ ਲੈ ਕੇ ਆਣੇ ਨੇ, ਪਰੰਤੂ ਉਹ ਪੂਰੇ ਸਿਸਟਮ ਦੇ ਵਿੱਚ ਦੋਵਾਂ ਦੇ ਵਿੱਚ ਇੱਕ ਕੰਟੈਸਟੇਸ਼ਨ ਹੈ, ਕੌਣ ਆਪਦੇ ਬੰਦੇ ਲੈ ਕੇ ਆਏਗਾ, ਕੌਣ ਆਪਦੀ ਪਸੰਦ ਦੇ ਬੰਦੇ ਲੈ ਕੇ ਆਏਗਾ। ਕਿਸੇ ਦੀ ਪਸੰਦ ਨਿਕਟਤਾ ਹੋ ਸਕਦੀ ਹੈ, ਕਿਸੇ ਚੀਫ ਜਸਟਿਸ ਦਾ ਬੱਚਾ ਅੱਗੇ ਬਣੇਗਾ, ਫਿਰ ਅੱਗੇ ਉਹਦੇ ਬੱਚੇ ਬਣਨਗੇ। ਕਿਸੇ ਦੀ ਪਸੰਦ ਇਹ ਹੋ ਸਕਦੀ ਹੈ ਕਿ ਜ਼ਿਆਦਾ ਬਿਹਤਰ ਸਮਾਜ ਵਾਸਤੇ, ਬਿਹਤਰ ਨਿਆਂ ਵਾਸਤੇ ਗੱਲ ਕਰਨ ਵਾਲਾ ਜੱਜ ਬਣੇ। ਇਹ ਦੋਵੇਂ ਲਗਾਤਾਰ ਕੰਟੈਸਟੇਸ਼ਨ ਚੱਲਦੀ ਰਹਿੰਦੀ ਹੈ, ਹਰ ਇੰਡੀਵਿਜੂਅਲ ਕੇਸ 'ਚ ਵੇਖਿਆ ਜਾਏਗਾ। ਜਿਹੜੀ ਤੁਸੀਂ ਹਿਊਮਨ ਰਾਈਟਸ ਦੀ ਗੱਲ ਕੀਤੀ, ਹਿਊਮਨ ਰਾਈਟਸ ਦੀ ਮੂਵਮੈਂਟ ਸਮਾਜ ਦੇ ਵਿੱਚ ਕਿੰਨੀ ਹੈ, ਇਹ ਮੈਟਰ ਕਰਦੀ ਹੈ। ਇਹ ਮੈਟਰ ਇਸ ਤਰ੍ਹਾਂ ਕਰਦੀ ਹੈ, ਜੇ ਸਾਡੇ ਜੱਜ ਬਣਨ ਵਾਲੇ ਬੰਦਿਆਂ ਦਾ ਓਰੀਐਂਟੇਸ਼ਨ, ਉਹਨਾਂ ਦਾ ਪਰਸਪੈਕਟਿਵ, ਉਹ ਸਮਾਜ ਦੇ ਹਿਊਮਨ ਰਾਈਟਸ ਦੀ ਵੈਲਿਊਜ਼ ਨੂੰ ਸਮਝਦੇ ਨੇ, ਅੰਡਰਸਟੈਂਡ ਕਰਦੇ ਨੇ, ਉਹਦੇ ਨਾਲ ਖੜੇ ਹੁੰਦੇ ਨੇ, ਜਦੋਂ ਜੱਜ ਬਣ ਜਾਂਦੇ ਨੇ ਤੇ ਫਿਰ ਉਹਨੂੰ ਉਸ ਤਰ੍ਹਾਂ ਕੰਸੀਡਰ ਵੀ ਕਰਦੇ ਨੇ, ਉਸ ਪੱਖੋਂ ਵੇਖਦੇ ਵੀ ਨੇ। ਦੂਜੇ ਪਾਸੇ ਜਿੱਥੇ ਗੱਲ ਇਹ ਹੋ ਰਹੀ ਹੋਵੇ ਕਿ ਜੀ ਹਿਊਮਨ ਰਾਈਟਸ ਦੇ ਨਾਂ ਤੇ ਤੁਸੀਂ ਫਲਾਣੇ ਬੰਦੇ ਨੂੰ ਛੁਡਾਤਾ, ਹਿਊਮਨ ਰਾਈਟਸ ਦੇ ਨਾਂ ਤੇ ਰਾਤ ਨੂੰ 12 ਵਜੇ ਯਾਕੂਬ ਖਾਨ ਵਾਸਤੇ ਕਿਉਂ ਕੋਰਟ ਖੁੱਲ ਗਈ, ਉਹ ਹਿਊਮਨ ਰਾਈਟਸ ਵੀ ਨਹੀਂ, ਉਹ ਉਹਦਾ ਬੇਸਿਕ ਰਾਈਟ ਹੈ, ਕਨਸਟੀਟਿਊਸ਼ਨਲ ਰਾਈਟ ਹੈ ਜਿਹਦੇ ਵਿੱਚੋਂ ਜਾਂਦਾ ਹੈ। ਇਹ ਜਿੱਥੇ ਸਵਾਲ ਹੋ ਰਹੇ ਹੋਣਗੇ, ਸਮਾਜ ਦੇ ਵਿੱਚ ਸਵਾਲ ਫੈਲ ਰਹੇ ਹੋਣਗੇ, ਉਹਨਾਂ ਦੇ ਵਿੱਚੋਂ ਜਿਹੜੇ ਸਵਾਲਾਂ ਦੇ ਨਾਲ ਖੜੇ ਹੋਣਗੇ, ਜਿਹੜੇ ਹਿਊਮਨ ਰਾਈਟਸ ਦੇ ਪਰਸਪੈਕਟਿਵ ਤੋਂ ਕੋਰਟ ਕੇਸਿਸ ਟੇਕ ਅਪ ਕਰਦੀਆਂ ਨੇ, ਉਹ ਤੇ ਸਵਾਲ ਕਰਨ ਵਾਲੇ ਲੋਕਾਂ ਦੇ ਨਾਲ ਖੜੇ ਹੋਣਗੇ ਤੇ ਉਹ ਜੱਜ ਬਣ ਜਾਣਗੇ ਤੇ ਫਿਰ ਉਹਨੂੰ ਕਿਵੇਂ ਇੰਪਲੀਮੈਂਟ ਕਰ ਦੇਣਗੇ। ਇਸ ਕਰਕੇ ਸੰਵਿਧਾਨ ਤੇ ਕਾਨੂੰਨ ਬਹੁਤ ਸਾਰਾ ਕੁਝ ਕਹਿੰਦਾ ਹੈ, ਪਰ ਉਹਦੀ ਵੈਲਿਊਜ਼ ਨੂੰ ਤੁਸੀਂ ਕਿਸ ਤਰ੍ਹਾਂ ਅੰਡਰਸਟੈਂਡ ਕਰਦੇ ਹੋ, ਉਹਦੀ ਵੈਲਿਊਜ਼ ਨੂੰ, ਜਿਵੇਂ ਤੁਸੀਂ ਬੋਲਣ ਦੀ ਆਜ਼ਾਦੀ ਦੀ ਗੱਲ ਕੀਤੀ, ਜਿਹੜਾ ਬੋਲਣ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਉਹ ਇੱਕ ਤਰ੍ਹਾਂ ਸੋਚੇਗਾ, ਉਹਦੇ ਵਾਸਤੇ ਹਿਊਮਨ ਰਾਈਟਸ ਤੇ ਕੋਰਟ ਦੀ ਪ੍ਰੋਸੀਡਿੰਗਸ ਤੇ ਕੋਰਟ ਦੇ ਫੈਸਲੇ ਇੱਕ ਤਰ੍ਹਾਂ ਹੋਣਗੇ। ਜਿਹੜਾ ਉਹਦੇ ਵਿੱਚ ਜਿਹੜਾ ਲਿਮਿਟੇਸ਼ਨਸ ਨੇ, ਆਰਟੀਕਲ 19(2) ਜਿਹੜਾ ਹੈ ਕਿ ਪਾਰਟਿਕੂਲਰ ਹਾਲਾਤ ਦੇ ਵਿੱਚ ਰਿਸਟ੍ਰਿਕਸ਼ਨ ਹੋਏਗੀ, ਜਿਹੜਾ ਉਹਨੂੰ ਤਵੱਜੋ ਦੇਗਾ, ਉਹਦੇ ਫੈਸਲੇ ਦੂਜੀ ਤਰ੍ਹਾਂ ਦੇ ਆਣਗੇ। ਇਹ ਸਮਾਜ ਦੇ ਵਿੱਚ ਚੱਲ ਰਹੀ ਚਰਨਿੰਗ, ਸਮਾਜ ਦੇ ਚੱਲ ਰਹੇ ਅੰਦੋਲਨਾਂ ਦੀ ਦੇਣ ਹੁੰਦੀ ਹੈ ਕਿ ਉਹ ਕਿਹੜੇ ਪਾਸੇ ਨੂੰ ਜਾਣਗੇ, ਕਿਉਂਕਿ ਜ਼ਿਆਦਾ ਲੋਕ ਤਾਂ ਉਧਰੋਂ ਹੀ ਆਣਗੇ। ਫਿਰ ਇੱਥੇ ਜਿਹੜੀ ਸਰਕਾਰਾਂ ਆਉਂਦੀਆਂ ਨੇ, ਉਹਨਾਂ ਦਾ ਕੀ ਪਰਸਪੈਕਟਿਵ ਹੈ, ਜਿਹੜੇ ਅਪਾਇੰਟਮੈਂਟ ਕਰਨ ਵਾਲੇ ਸਰਕਾਰਾਂ ਜਾਂ ਕੋਲੀਜੀਅਮ ਦੇ ਵਿੱਚ ਜਿਹੜੇ ਬੈਠੇ ਕਰ ਰਹੇ ਨੇ, ਉਹ ਕਿੰਨਾ ਬੰਦਿਆਂ ਨੂੰ ਕਰਨਗੇ। ਜੇ ਤੁਹਾਨੂੰ ਇਹ ਲੱਗੇ ਕਿ ਜੇ ਤੁਸੀਂ ਖੜੇ ਹੋ ਕੇ ਵਕੀਲ ਹੈਗੇ ਹੋ ਤੇ ਓਪਨਲੀ ਹਿਊਮਨ ਰਾਈਟਸ ਦੇ ਪੱਖ ਦੇ ਵਿੱਚ ਖੜੇ ਹੁੰਨੇ ਹੋ, ਤੇ ਤੁਹਾਨੂੰ ਪਤਾ ਲੱਗੇ ਕਿ ਇਸ ਕਰਕੇ ਤੁਹਾਡਾ ਨਾਂ ਤੇ ਕਦੇ ਕੰਸੀਡਰ ਹੋਣਾ ਹੀ ਨਹੀਂ, ਕੀ ਕਰੋਗੇ ਤੁਸੀਂ? ਮੈਂ ਤੁਹਾਨੂੰ ਇੱਕ ਬਹੁਤ ਹੀ ਪਰਸਨਲ ਉਦਾਹਰਣ ਦੱਸ ਰਿਹਾ। ਇੱਥੇ ਗਿਲਾਨੀ, ਜਿਹੜਾ ਪਾਰਲੀਮੈਂਟ ਅਟੈਕ ਕੇਸ ਦੇ ਵਿੱਚ ਜਿਨ੍ਹਾਂ ਨੂੰ ਅਕਿਊਜ਼ਡ ਬਣਾਇਆ ਗਿਆ, ਬਾਅਦ ਦੇ ਵਿੱਚ ਜਿਹੜੇ ਬਰੀ ਹੋ ਗਏ, ਉਹ ਇੱਕ ਸਟੇਜ ਤੇ ਇੱਥੇ ਚੰਡੀਗੜ੍ਹ ਆਏ। ਇੱਕ ਉਹਨਾਂ ਨੇ ਲੈਕਚਰ ਸੀ ਉਹਨਾਂ ਦਾ ਪੰਜਾਬ ਯੂਨੀਵਰਸਿਟੀ ਚ, ਇੱਥੇ 22 ਸੈਕਟਰ ਜਿਹੜਾ ਪੰਜਾਬ ਬੁੱਕ ਸੈਂਟਰ ਦੇ ਥੱਲੇ ਇੱਕ ਹਾਲ ਹੁੰਦਾ ਸੀ, ਉੱਥੇ ਸੀ ਉਹਨਾਂ ਦਿਨਾਂ ਚ। ਉਹਨਾਂ ਦਾ ਸਾਡਾ ਮਿੱਤਰ ਕੋਈ ਲੈ ਕੇ ਆਇਆ, ਜਿਹੜੇ ਪ੍ਰੋਗਰਾਮ ਕਰਵਾ ਰਹੇ ਸੀ ਕਿ ਆ ਪ੍ਰੋਗਰਾਮ ਹੋਣਾ ਹੈ। ਮੈਨੂੰ ਉਹਨੇ ਪਰਚਾ ਦਿੱਤਾ, ਮੈਂ ਹਾਈ ਕੋਰਟ ਦੇ ਇੱਕ ਨੋਟਿਸ ਬੋਰਡ ਤੇ ਪਰਚਾ ਲਾਤਾ ਤਾਂ ਕਿ ਲੋਕਾਂ ਨੂੰ ਜਾਣਕਾਰੀ ਰਹੇ, ਜਿਹੜਾ ਸੁਣਨਾ ਜਾਣਾ ਆ ਜਾਣਗੇ। ਗੱਲ ਹੋ ਗਈ, ਖਤਮ ਹੋ ਗਈ। ਕੁਝ ਸੇਲ ਬਾਅਦ ਇੱਕ ਜੱਜ ਸਾਹਿਬ ਨੇ ਮੈਨੂੰ ਕਿਸੇ ਕੋਰਟ ਦੇ ਕਿਸੇ ਕੇਸ ਦੇ ਵਿੱਚ ਹੱਸ ਕੇ ਕਿਹਾ, "No, Mr. Godara, you cannot take this position. You cannot argue like this. You are a human rights activist." ਸੋ ਚਲੋ ਕੇਸ ਦੇ ਵਿੱਚ ਅਲਟੀਮੇਟਲੀ ਉਹਨਾਂ ਨੇ ਮਜ਼ਾਕ ਨਾਲ ਹੱਸ ਕੇ ਕਿਹਾ ਸੀ, ਗੱਲ ਹੋ ਗਈ। ਕੁਝ ਦਿਨ ਬਾਅਦ ਕਿਸੇ ਬਾਹਰ ਇੱਕ ਚਾਹ ਪਾਰਟੀ ਦੇ ਵਿੱਚ ਖੜੇ ਸੀ, ਕੋਈ ਗੱਲ ਹੋਈ, ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਉਸ ਦਿਨ ਕਿਹਾ ਸੀ ਮੇਰੇ ਦੋਸਤ ਮੰਨਦੇ ਨਹੀਂ ਮੈਂ ਹਿਊਮਨ ਰਾਈਟ ਐਕਟਿਵਿਸਟ ਹਾਂ। ਆਈ ਵਾਸ ਜਸਟ ਜੋਕਿੰਗ ਵਿਦ ਹਿਮ। ਉਹਨੇ ਕਿਹਾ ਨਹੀਂ ਮੈਂ ਮਜ਼ਾਕ ਕਰ ਰਿਹਾ ਸੀ, ਮੈਨੂੰ ਯਾਦ ਹੈ ਮੈਂ ਇਸ ਕਰਕੇ ਕਹਿ ਰਿਹਾ ਸੀ, ਉਹ ਤੁਸੀਂ ਨਾ ਇੱਕ ਵਾਰ ਇੰਨੇ ਸਾਲ ਪਹਿਲਾਂ ਗਿਲਾਨੀ ਦੇ ਆ ਰਹੇ ਸੀ, ਉਹਦੇ ਪੋਸਟਰ ਲਾਏ ਸੀ। ਸੋ ਹੁਣ ਉੱਥੇ ਦੋ ਗੱਲਾਂ ਸੀਗੀਆਂ। ਉਹ ਜੱਜ ਨੇ ਜੇ ਉਹ ਗੱਲ ਯਾਦ ਰੱਖੀ, ਜੇ ਉਹਨੂੰ ਯਾਦ ਰੱਖ ਕੇ ਮੇਰੇ ਬਾਰੇ ਉਹਦੀ ਕਿਰਾਏ ਬਣਦੀ ਹੈ, ਮੇਰੇ ਕੇਸ ਨੂੰ ਇੱਕ ਤਰ੍ਹਾਂ ਸੁਣਦਾ, ਉਹ ਪੋਜ਼ਿਟਿਵ ਸੁਣਦਾ ਜਾਂ ਨੈਗੇਟਿਵ ਸੁਣਦਾ,
ਜਾਂ ਉਹ ਇੱਕ ਪ੍ਰੀਜੁਡਿਸ ਕ੍ਰੀਏਟ ਕਰ ਲੈਂਦਾ ਹੈ। ਦੈਟ ਇਜ਼ ਅ ਪ੍ਰੋਬਲਮੈਟਿਕ। ਜੇ ਉਸ ਆਈਡੀਆ ਦੇ ਨਾਲ ਖੜਾ ਹੋ ਕੇ ਸੁਣਦਾ ਹੈ, ਨਿਸ਼ਪਕਸ਼ ਹੋ ਕੇ ਸੁਣਦਾ ਹੈ ਕਿ ਵੀ ਮੈਂ ਪਾਰਟੀਜ਼ਨ ਨਹੀਂਗਾ, ਤੁਹਾਡੀ ਜੋ ਵੀ ਰਾਏ ਹੈ ਮੈਂ ਕਨਸਟੀਟਿਊਸ਼ਨ ਫਰੇਮਵਰਕ 'ਚ ਸੁਣਾਂਗਾ, ਬਟ ਇਹ ਹੁੰਦਾ ਹੈ ਕਿ ਤੁਹਾਡੇ ਇਸ ਤਰ੍ਹਾਂ ਦੇ ਵੀ ਨੁਕਸਾਨ ਹੁੰਦੇ ਨੇ। ਇਹ ਕਦੋਂ ਹੁੰਦਾ ਹੈ? ਜਦੋਂ ਤੁਹਾਡੇ ਸਮਾਜ ਦੇ ਵਿੱਚ ਮੂਵਮੈਂਟ ਤੇਜ਼ ਹੋਏਗੀ, ਹਿਊਮਨ ਰਾਈਟਸ ਦੀ ਸਮਝ ਜ਼ਿਆਦਾ ਹੋਏਗੀ, ਉਹਨਾਂ ਦੇ ਵਿੱਚੋਂ ਲੋਕ ਸੁਪਰੀਮ ਹਾਈ ਕੋਰਟ ਦੇ ਜੱਜ ਬਣਨਗੇ, ਸੁਪਰੀਮ ਕੋਰਟ ਦੇ ਜੱਜ ਬਣਨਗੇ, ਉਹ ਜ਼ਿਆਦਾ ਜਜਮੈਂਟਸ 'ਚ ਵੀ ਆਏਗਾ, ਵਿਵਹਾਰ 'ਚ ਵੀ ਆਏਗਾ, ਦਿਸੇਗਾ ਵੀ। ਸੋ ਇਹ ਇੱਕ ਦੂਜੇ ਨੂੰ ਖੁਰਾਕ ਦਿੰਦੇ ਨੇ ਤੇ ਇੱਕ ਦੂਜੇ ਨੂੰ ਕਮਜ਼ੋਰ ਵੀ ਕਰਦੇ ਨੇ ਜਿੱਧਰ ਨੂੰ ਜਾਏਗੀ ਗੱਲ। ਐਸਪੀ ਜੀ, ਜੇ ਆਪਾਂ ਇਹਨੂੰ ਕਨਕਲੂਡ ਕਰਦੇ ਹੋਏ ਉਸ ਰੂਪ ਦੇ ਵਿੱਚ ਅੰਦਰ ਨੂੰ ਜਾਈਏ ਤਾਂ ਇਹਦਾ ਮਤਲਬ ਇੱਕ ਗੱਲ ਹੈ, ਲੋਕਾਂ ਹੁਣ ਜਿੱਥੇ ਅਸੀਂ ਜਿਸ ਮਹਾਨ ਤੇ ਖੜੇ ਆ ਉਹਦੇ 'ਚ ਲੋਕਾਂ ਦਾ ਐਗਜੈਕਟਿਵ ਤੋਂ ਭਰੋਸਾ ਉੱਠ ਰਿਹਾ, ਕਿਉਂਕਿ ਐਗਜੈਕਟਿਵ ਇੰਨੀ ਕਰਪਟ ਵੀ ਸਾਡੇ ਕੰਟਰੀ ਦੀ ਹੈ ਤੇ ਕਿਤੇ ਵੀ ਡਿਲੀਵਰੀ ਸਿਸਟਮ ਜਿਹੜਾ ਸਾਡੇ ਸਾਹਮਣੇ ਹੈ, ਔਰ ਲੈਜਿਸਲੇਚਰ ਦਾ ਵੀ ਜਿਸ ਢੰਗ ਨਾਲ ਵਿਧਾਨ ਸਭਾਵਾਂ ਪਾਰਲੀਮੈਂਟ ਫੰਕਸ਼ਨ ਹੁੰਦੀਆਂ ਨੇ, ਕਿੰਨੇ ਕਾਨੂੰਨ ਤੇ ਮੱਥਾ ਪੱਚੀ ਹੁੰਦੀ ਹੈ, ਕਿੰਨੇ ਕੁ ਲੱਗਣਗੇ, ਉਹ ਵੀ ਸਾਡੇ ਸਾਹਮਣੇ ਹੈ। ਔਰ ਓਵਰਆਲ ਜਿਹੜੀ ਗਵਰਨਮੈਂਟ ਜਿਹਦੇ ਕੋਲ ਅਥਾਰਟੀ ਹੈ ਸਾਰੀ, ਤੇ ਉਹ ਅਥਾਰਟੀ ਦੀ ਅਪਾਇੰਟਮੈਂਟ ਦੀ ਤਾਕਤ ਵੀ ਤਾਂ ਉਨੀ ਬਣਦੀ ਹੈ, ਉਸ ਪਾਸੇ ਬਣ ਜਾਂਦਾ। ਔਰ ਜਦੋਂ ਜਾਂਦੇ ਨਾ, ਮੈਂ ਜੇ ਮਿਸਾਲ ਲਵਾਂ ਜੀਰਾ ਫੈਕਟਰੀ ਦਾ ਇੱਕ ਮਾਮਲਾ ਹੈ ਨਾ, ਲੋਕ ਉੱਥੇ ਇੱਕ ਸ਼ਰਾਬ ਫੈਕਟਰੀ ਦੇ ਖਿਲਾਫ ਧਰਨੇ ਦੇ ਲਈ, ਤਾਂ ਇਮੀਡੀਏਟ ਫੈਕਟਰੀ ਮਾਲਕ ਜਾਂਦਾ ਤੇ ਉੱਥੇ ਤਾਂ 20 ਕਰੋੜ ਰੁਪਇਆ ਹਰਜਾਨਾ ਭਰਨ ਦਾ ਤੁਰੰਤ ਫੈਸਲਾ ਹੋ ਜਾਂਦਾ ਤੇ ਸਰਕਾਰ ਵੀ ਭਰ ਦਿੰਦੀ ਹੈ, ਤੇ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਨ ਦੀ ਜਾਂ ਬਾਕੀ ਦੀਆਂ ਚੀਜ਼ਾਂ। ਬਹੁਤ ਇਹੋ ਜਿਹੇ ਕੇਸ ਹੋਰ ਨੇ ਜਿਹੜੇ ਬਾਕੀ ਦੇ ਮਾਮਲਿਆਂ ਦੇ ਵਿੱਚ ਨੇ, ਰਸੂਖਵਾਨਾਂ ਦੇ ਨੇ, ਉਹ ਉਸ ਪਾਸੇ ਵੱਲ ਨਹੀਂ ਜਾਂਦੇ। ਜਿਹੜੇ ਸਧਾਰਨ ਲੋਕਾਂ ਲਈ ਨਿਆਂ ਦਾ ਕੁਐਸਚਨ ਹੈ, ਮਤਲਬ ਇੰਡੀਵਿਜੂਅਲ ਤੋਂ ਇੰਡੀਵਿਜੂਅਲ ਡਿਫਰ ਹੋ ਸਕਦਾ ਜੱਜ ਦਾ ਇੰਡੀਵਿਜੂਅਲ ਦਾ ਅਲੱਗ ਹੋਵੇ, ਐਜ ਏ ਇੰਸਟੀਟਿਊਸ਼ਨ ਕੀ ਅਸੀਂ ਉਸ ਲੋਕਾਂ ਦੇ ਰਾਈਟਸ ਨੂੰ ਜ਼ਿਆਦਾ ਫੋਲੋ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ, ਜਾਂ ਕਿਉਂ ਨਹੀਂ ਕਰ ਰਹੇ, ਤਾਂ ਅੱਗੇ ਕਿਸ ਤਰੀਕੇ ਨਾਲ ਹੋਣ ਦੀ ਲੋੜ ਹੈ। ਕਿਉਂਕਿ ਸਮਾਂ ਘੱਟ ਹੈ, ਇਸ ਲਈ ਜਸਟ ਦੋ ਕੁ ਜੁਮਲਿਆਂ ਦੇ ਵਿੱਚ ਪਹਿਲੀ ਗੱਲ ਡੀਮੋਨੇਟਾਈਜੇਸ਼ਨ ਬਾਰੇ, ਕਿਉਂਕਿ ਤੁਸੀਂ ਲਾਰਜਲੀ ਡਿਬੇਟ ਦਾ ਹੁੱਕ ਪੈਟਰਨ ਉਹੀ ਸੀਗਾ ਤੇ ਸਿਲੇਬਸ ਤਾਂ ਐਕਚੁਅਲੀ ਰਾਜੀਵ ਗੁਦਾਰਾ ਜੀ ਦਾ, ਮੈਂ ਤੇ ਵੈਸੇ ਹੀ ਇੱਕ ਤਰੱਦਦ ਜਿਹਾ ਕਰ ਰਿਹਾ ਕਿ ਜੇ ਤਾਂ ਸੁਪਰੀਮ ਕੋਰਟ ਨੂੰ ਇਹ ਲੱਗਦਾ, ਤੇ ਕਲੀਅਰਲੀ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਨੂੰ ਇੰਝ ਹੀ ਦਿਖਾਈ ਦੇ ਰਿਹਾ ਕਿ ਡੀਮੋਨੇਟਾਈਜੇਸ਼ਨ ਦੇ ਡਿਸੀਜਨ ਦਾ ਕੋਈ ਪੋਲੀਟੀਕਲ ਡਾਇਮੈਂਸ਼ਨ ਨਹੀਂ ਹੈਗੀ ਸੀ, ਤੇ ਇਹਦਾ ਮਤਲਬ ਉਹ ਇਹ ਕਹਿ ਰਹੀ ਹੈ ਕਿ ਜਿਹੜਾ ਆਰਬੀਆਈ ਦਾ ਐਕਟ ਹੈ, ਜਿਹੜਾ ਉਹਦਾ ਸੈਕਸ਼ਨ 26 ਹੈ, ਉਹ ਕਿਸੇ ਇਹੋ ਜੀ ਵਿਧੀ ਲਈ ਬਣਾਇਆ ਗਿਆ ਸੀ ਤੇ ਇਹਦੇ ਲਈ ਸક્ષਮ ਸੀ ਜਿਹਦੇ ਥੱਲੇ ਸਰਕਾਰ ਇਸ ਲੈਵਲ ਦੀ ਡੀਮੋਨੇਟਾਈਜੇਸ਼ਨ ਕਰ ਸਕੇ। ਤਾਂ ਫਿਰ ਆਉਣ ਵਾਲੀਆਂ ਨਸਲਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਬਾਰੇ ਤੇ ਇਸ ਪਾਸਿਓਂ ਅੱਖਾਂ ਮੀਚਣ ਬਾਰੇ ਕਿ ਉਹਦੀ ਇੱਕ ਪੋਲੀਟੀਕਲ ਡਾਇਮੈਂਸ਼ਨ ਸੀ, ਉਹਦੇ ਬਾਰੇ ਉਹਨਾਂ ਨੇ ਕੀ ਕਹਿਣਾ, ਉਹ ਇੱਕ ਜਿਹੜਾ ਸਾਕੀ ਲਿਖੇਗਾ ਭਵਿੱਖ ਦਾ ਇਤਿਹਾਸ ਸੁਪਰੀਮ ਕੋਰਟ ਦਾ। ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਇੰਸਟੀਟਿਊਸ਼ਨਲ ਨਿਗਾਰ ਦੀ, ਫਹਿਮੀਦਾ ਰਿਆਜ਼ ਦੀ ਕਵਿਤਾ ਬੜੀ ਮਸ਼ਹੂਰ ਹੈ, ਤੁਮ ਵੀ ਹਮ ਜੈਸੇ ਨਿਕਲੇ, ਕਿਵੇਂ ਅਸੀਂ ਹਿੰਦੁਸਤਾਨੀ ਆਖਰ ਟੂ ਨੇਸ਼ਨ ਥਿਊਰੀ ਵਾਂਗ ਪਾਕਿਸਤਾਨ ਵਰਗੇ ਬਣਦੇ ਜਾ ਰਹੇ ਹਾਂ। ਤੇ ਮੇਰਾ ਤੇ ਦੇਸ਼ ਇਹੋ ਜਿਹਾ ਹੈ ਜਿੱਥੇ ਸਾਰੇ ਲੋਕਾਂ ਨੂੰ ਪਤਾ ਹੈ ਵੀ ਮੇਰਾ ਨੇਤਾ ਚੋਰ ਹੈ ਵਾਲੀ ਟੀ-ਸ਼ਰਟ ਜਦੋਂ ਪਾਈ ਹੋਵੇ ਤਾਂ ਸਮਝ ਲਓ ਵੀ ਸੀਨੇ ਤੇ ਸੱਚ ਲਿਖਿਆ ਹੁੰਦਾ। ਬਸ ਡਰ ਮੈਨੂੰ ਇੱਕੋ ਹੀ ਹੈ ਕਿ ਪਾਕਿਸਤਾਨ 'ਚ ਬਹੁਤ ਸਾਰੇ ਬੱਚੇ ਜੋ ਕੁਝ ਉਸ ਪਾਕਿਸਤਾਨ ਦੀ ਜੁਡੀਸ਼ਰੀ ਨੇ ਦੇਖਿਆ ਹੈ, ਮੇਰਾ ਜੱਜ ਚੋਰ ਹੈ ਵਾਲੀਆਂ ਟੀ-ਸ਼ਰਟਾਂ ਵੀ ਪਾਈ ਫਿਰਦੇ ਰਹੇ ਨੇ, ਉਸ ਵੁਕਲਾ ਮੂਵਮੈਂਟ ਨੇ ਉੱਥੇ ਇਹ ਬਹੁਤ ਦੇਖਿਆ। ਇਹ ਨਾ ਹੋਵੇ ਕਿ ਮੇਰੇ ਦੇਸ਼ ਦੇ ਵਿੱਚ ਇਹ ਟੀ-ਸ਼ਰਟਾਂ ਲੋਕ ਇਹੋ ਜਿਹੀਆਂ ਪਾਉਣ ਲੱਗ ਜਾਣ ਜਿਹਦੇ ਸੀਨੇ ਤੇ ਲਿਖਿਆ ਹੋਵੇ ਮੇਰਾ ਨੇਤਾ ਚੋਰ ਹੈ ਤੇ ਪਿੱਛੇ ਲਿਖਿਆ ਹੋਵੇ ਮੇਰਾ ਜੱਜ ਵੀ ਚੋਰ ਹੈ। ਫਿਰ ਅਸੀਂ ਕਿਸ ਵੱਲ ਨੂੰ ਦੇਖਾਂਗੇ? ਇੰਸਟੀਟਿਊਸ਼ਨਸ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ, ਸੀਨੇ ਦੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਉਹ ਲੋਕਾਂ ਦੇ ਨਾਲ ਜੁੜ ਕੇ ਫੈਸਲੇ ਕਿੱਦਾਂ ਲੈ ਰਹੇ ਨੇ। ਕਾਨੂੰਨ ਲੋਕਾਂ ਲਈ ਹੁੰਦਾ, ਲੋਕ ਕਾਨੂੰਨ ਲਈ ਨਹੀਂ ਹੁੰਦੇ, ਲੋਕ ਹਾਈਪਰ ਟੈਕਨੀਕਲਿਟੀਜ਼ ਲਈ ਨਹੀਂ ਹੁੰਦੇ, ਕਾਨੂੰਨ ਇਨਸਾਫ ਲਈ ਹੁੰਦਾ। ਜੇ ਇਨਸਾਫ ਨੂੰ ਪਾਸੇ ਛੱਡ ਕੇ ਕੇਵਲ ਕਾਨੂੰਨ ਹੀ ਨਾਫਿਜ਼ ਕਰਨੇ ਨੇ ਤਾਂ ਫਿਰ ਦੇਸ਼ ਫਿਰ ਆਪਣਾ ਇਤਿਹਾਸ ਹੋਰਨਾਂ ਤਰੀਕਿਆਂ ਨਾਲ ਵੀ ਲਿਖਦੇ ਨੇ ਜਿਹੜੇ ਸਾਰੇ ਅਮਨਪੂਰਵਕ ਨਹੀਂ ਵੀ ਹੁੰਦੇ। ਮੈਂ ਬਸ ਇੱਕ ਗੱਲ ਜੋੜਨਾ ਚਾਹਨਾ, ਇੱਕ ਤਾਂ ਜਿਹੜਾ ਇਨਸਾਫ ਵਰਡ ਹੈ ਇਹਦੇ ਵੀ ਬਹੁਤ ਸਾਰੇ ਪਰਸਪੈਕਟਿਵ ਨੇ, ਹਰ ਬੰਦੇ ਦੇ ਨਜ਼ਰ ਜਹਨ ਸੋਚ ਸਮਝ ਦੇ ਨਾਲ ਇਨਸਾਫ ਇੰਟਰਪ੍ਰੀਟ ਹੁੰਦਾ ਹੈ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹ ਵੀ ਵੇਖਣਾ ਚਾਹੀਦਾ ਹੈ ਕਿ ਕੋਰਟ ਦੇ ਵਿੱਚ ਮਾਮਲਾ ਸੀ ਕਿ ਉਹਨਾਂ ਦੇ ਵਿੱਚ ਪਾਰਟੀ ਸੀ, ਉਹਨਾਂ ਨੇ ਕੀ ਸਵਾਲ ਖੜੇ ਕੀਤੇ ਜਾਂ ਨਹੀਂ ਕੀਤੇ। ਇਹ ਗੱਲ ਠੀਕ ਹੈ ਕਿ ਜੇ ਵੱਡਾ ਸਮਾਜ ਦਾ ਇਸ਼ੂ ਹੈ ਤਾਂ ਕੋਰਟ ਨੂੰ ਆਪਣੇ ਆਪ ਹੀ ਉਹ ਸਵਾਲ ਖੜੇ ਕਰਨੇ ਚਾਹੀਦੇ ਨੇ, ਬਟ ਜਿਹੜੀ ਤੁਸੀਂ ਕੀਤੀ ਗੱਲ ਐਗਜ਼ੀਕਿਊਟਿਵ ਦੀ ਤੇ ਲੈਜਿਸਲੇਸ਼ਨ ਦੀ ਤੇ ਹੁਣ ਜੁਡੀਸ਼ਰੀ ਦੀ, ਮੈਨੂੰ ਲੱਗਦਾ ਹੈ ਜੇ ਸਮਾਜ ਪੈਨੀ ਨਜ਼ਰ ਇਹਨਾਂ ਤਿੰਨਾਂ ਤੇ ਬਣਾ ਕੇ ਨਹੀਂ ਰੱਖੇਗਾ ਤੇ ਫਿਰ ਇਹਨਾਂ ਦਾ ਉਚਾਈ ਵੱਲ ਜਾਣ ਦੀ ਬਜਾਏ ਥੱਲੇ ਨੂੰ ਜਾਣਗੀਆਂ। ਇਹਨਾਂ ਨੇ ਕਿਹਾ ਦੇਸ਼ ਦੇ ਵਿੱਚ ਹੋ ਸਕਦਾ ਹੈ, ਪਰ ਤੁਸੀਂ ਯਾਦ ਕਰੋ ਪ੍ਰਸ਼ਾਂਤ ਭੂਸ਼ਣ ਨੇ ਚੀਫ ਜਸਟਿਸ ਬੋਬੜੇ ਦੇ ਮੋਟਰਸਾਈਕਲ ਦੇ ਨਾਲ ਫੋਟੋ ਖਿਚਾਉਣ ਤੇ ਕਮੈਂਟ ਕਰਤਾ, ਕੰਟੈਂਪਟ ਹੋ ਗਈ।
ਸ਼ਹਿਰ ਦੇ ਕਈ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਹੋਏ, ਇਸ ਸ਼ਹਿਰ ਦੇ ਵਿੱਚ ਹੋਏ, ਚੰਡੀਗੜ੍ਹ 'ਚ ਵੀ ਹੋਇਆ ਸੀ। ਪੰਜਾਬ ਹਰਿਆਣਾ ਦੀ ਰਾਜਧਾਨੀ ਇੰਨੇ ਲੋਕ ਰਹਿੰਦੇ ਨੇ, ਕਿੰਨੇ ਲੋਕ ਉੱਥੇ ਆਏ ਸੀ? ਦੈਟਸ ਅ ਬੇਸਿਕ ਕੁਐਸਚਨ। ਅਵੇਅਰ ਸਿਟੀਜ਼ਨ ਇਸ ਕਰਕੇ ਬਿਲਕੁਲ ਜੇ ਅਸੀਂ ਇਹਨਾਂ ਇਸ਼ੂਜ਼ ਨੂੰ ਸਮਝਣ ਵਾਸਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ, ਜੇ ਜੁਡੀਸ਼ਰੀ ਬਾਰੇ ਸਵਾਲ ਹੋ ਸਕਦੇ ਨੇ, ਐਗਜ਼ੀਕਿਊਟਿਵ ਬਾਰੇ ਹੋ ਸਕਦੇ ਨੇ, ਲੈਜਿਸਲੇਸ਼ਨ ਬਾਰੇ ਹੋ ਸਕਦੇ ਨੇ, ਇੱਥੇ ਟੀਵੀ ਤੇ ਬਹਿ ਕੇ ਗੱਲ ਕਰਨ ਵਾਲੇ ਰਾਜੀਵ ਗੋਦਾਰਾ ਤੇ ਐਸਪੀ ਸਿੰਘ ਤੇ ਹਮੀਰ ਸਿੰਘ ਬਾਰੇ ਵੀ ਹੋ ਸਕਦੇ ਨੇ, ਹੋਣੇ ਚਾਹੀਦੇ ਨੇ। ਇਸ ਕਰਕੇ ਸਾਡੀ ਵੀ ਉਨੀ ਰਿਸਪੌਂਸਿਬਿਲਿਟੀ ਹੈ ਕਿ ਉਹਨਾਂ ਬਾਰੇ ਉੱਠਦੇ ਹੋਏ ਸਵਾਲਾਂ ਨੂੰ ਅਸੀਂ ਇੱਕ ਪਕਸ਼ ਬਣ ਕੇ ਗੱਲ ਕਰਨ ਦੀ ਬਜਾਏ ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਨਾਪ ਤੋਲ ਕੇ ਕਹੀਏ, ਤਾਂ ਕਿ ਇਹ ਸਵਾਲ ਸਮਾਜ ਉਹਨੂੰ ਠੀਕ ਲੈ ਸਕੇ। ਨਹੀਂ ਤਾਂ ਬਹੁਤ ਆਸਾਨੀ ਹੋਏਗੀ ਕਿ ਦੇਖੋ ਜੀ ਇੱਕ ਪੱਖ ਨੇ, ਇਸ ਕਰਕੇ ਦੂਜਾ ਪ੍ਰਚਾਰ ਤੰਤਰ ਇतना ਜ਼ਿਆਦਾ ਹੈ, ਇੱਕ ਪੱਖ ਕਹਿ ਕੇ ਤੁਹਾਨੂੰ ਖਾਰਿਜ ਕਰ ਦਿੱਤਾ ਜਾਏਗਾ ਤੇ ਪ੍ਰਸ਼ਾਂਤ ਭੂਸ਼ਣ ਦੇ ਕੰਟੈਂਪਟ ਬਾਰੇ ਲੋਕ ਨਹੀਂ ਆਣਗੇ, ਬਲਕਿ ਇਹ ਕਹਿਣਗੇ ਦੇਖੇ ਇਹਨੇ ਤਾਂ ਹੱਥ ਚੁੱਕੀ ਹੈ। ਇਸ ਕਰਕੇ ਉਹ ਵੀ ਇੱਕ ਚੈਲੰਜ ਹੈ ਜਿਹੜਾ ਜੁਡੀਸ਼ਰੀ ਦੇ ਵਿੱਚ, ਇਹ ਪੋਲੀਟੀਕਲ ਚੈਲੰਜ ਹੈ ਤੇ ਸਮਾਜ ਅਲਟੀਮੇਟਲੀ ਸਮਾਜ ਹੀ ਨਿਰਧਾਰਿਤ ਕਰਦਾ ਹੈ ਕਿ ਕਿੱਧਰ ਨੂੰ ਜਾਏਗਾ। ਸਮਾਜ ਦੀ ਪੈਨੀ ਨਜ਼ਰੀ ਨੇ ਸੰਸਥਾਵਾਂ ਨੂੰ ਠੀਕ ਰੱਖੇਗੀ, ਇਨਸਾਫ ਉਹੀ ਦਵਾਏਗੀ। ਇਨਸਾਫ ਕੋਈ ਇੱਕੋ ਹੀ ਤਰੀਕੇ ਨਾਲ ਨਹੀਂ ਹੁੰਦਾ, ਬਲੈਕ ਐਂਡ ਵਾਈਟ। ਯੂ ਗੈਟ ਦਾ ਗਵਰਨਮੈਂਟ ਯੂ ਡਿਜ਼ਰਵ, ਯੂ ਆਲਸੋ ਗੈਟ ਦਾ ਜੁਡੀਸ਼ਰੀ ਯੂ ਡਿਜ਼ਰਵ। ਨਹੀਂ, ਉਹੀ ਜਿਵੇਂ ਸਾਡੇ ਪਹਿਲਾਂ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ ਧਾਰਨਾ ਨਾ, ਜਥਾ ਰਾਜਾ ਤਥਾ ਪ੍ਰਜਾ, ਤਾਂ ਡੈਮੋਕ੍ਰੇਸੀ 'ਚ ਅਸੀਂ ਉਲਟ ਬਣਾਤੀ, ਜਥਾ ਪ੍ਰਜਾ ਤਥਾ ਰਾਜਾ। ਪਰ ਅਜੇ ਵੀ ਪ੍ਰਜਾ ਨੂੰ ਮੇਰਾ ਖਿਆਲ ਹੈ ਓਡਾ ਵੱਡਾ ਦੋਸ਼ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਲੀਡਿੰਗ ਕਪੈਸਿਟੀ ਵਾਲੇ ਜਿਹੜੇ ਲੋਕ ਹੁੰਦੇ ਨੇ, ਜਿਹੜੇ ਲੀਡ ਕਰਦੇ ਨੇ, ਚਾਹੇ ਉਹ ਐਗਜ਼ੈਕਟਿਵ 'ਚ ਕਰਦੇ ਨੇ, ਲੈਜਿਸਲੇਚਰ 'ਚ ਕਰਦੇ ਨੇ, ਜੁਡੀਸ਼ਰੀ 'ਚ ਕਰਦੇ ਨੇ, ਮੀਡੀਆ 'ਚ ਕਰਦੇ ਨੇ। ਮੀਡੀਆ ਤੇ ਵੀ ਤਾਂ ਗੋਦੀ ਮੀਡੀਆ, ਬਾਕੀ ਮੀਡੀਆ, ਤਾਂ ਹੀ ਦੋਸ਼ ਲੱਗਦੇ ਨੇ ਸਾਰਿਆਂ ਕਿਸੇ ਦੇ। ਸਮਾਜ ਦੇ ਸੰਸਾਧਨਾਂ ਨੂੰ ਲੈ ਕੇ ਜਿਹੜੇ ਪੜ੍ਹ ਲਿਖ ਕੇ ਨੇ ਉਹ ਸਾਰੇ ਦੋਸ਼ੀ ਹੋਣਗੇ, ਇਸੇ ਵਿੱਚ ਅਸੀਂ ਵੀ ਹੋਵਾਂਗੇ। ਇਸੇ ਕਰਕੇ ਉਹ ਸਾਰਿਆਂ ਦਾ ਰੋਲ ਜਿਹੜਾ ਆਪੋ ਆਪਣੀ ਜਗ੍ਹਾ, ਉਹਨੂੰ ਜਰਨਲਿਜ਼ਮ ਨਹੀਂ ਕੀਤਾ ਜਾ ਸਕਦਾ ਕਿ ਸਭ ਦਾ ਬਰਾਬਰ ਹੈ, ਤੇ ਉਹਦਾ ਸਪੈਸੀਫਿਕ ਰੋਲ ਵੀ ਹੋਏਗਾ ਕੁਛ ਨਾ ਕੁਛ। ਔਰ ਇਹਨਾਂ ਗੱਲਾਂ ਨੂੰ ਵੀ ਸਾਨੂੰ ਬਚਣਾ ਪਏਗਾ, ਇਹਨਾਂ ਗੱਲਾਂ ਬਾਰੇ ਵੀ ਸੁਚੇਤ ਹੋਣਾ ਪਏਗਾ, ਤੇ ਤਾਂ ਕਿ ਅੱਗੇ ਲਈ ਅਸੀਂ ਇੱਕ ਸੁਚੇਤ ਨਾਗਰਿਕ ਬਣ ਸਕੀਏ ਤੇ ਚੈੱਕ ਐਂਡ ਬੈਲੈਂਸ ਨੂੰ ਪੂਰੀ ਤਰ੍ਹਾਂ ਸਮਝ ਸਕੀਏ, ਤੇ ਜੇ ਇੱਧਰ ਉੱਧਰ ਜਾਂਦਾ ਤੇ ਉਹਦੇ ਤੇ ਆਪਣੀ ਰਾਏ ਪ੍ਰਗਟ ਕਰ ਸਕੀਏ ਪੂਰੀ ਤਰ੍ਹਾਂ। ਅੱਜ ਲਈ ਇੰਨਾ ਹੀ, ਬਹੁਤ ਬਹੁਤ ਧੰਨਵਾਦ।